स्वागत है दोस्तों। हिमाचल प्रदेश के विच इलैक्शन हो चुकी है। लगभग 75% तो उपर वोटां पईयां ने। इस बार मुकाबला काफ़ी दिलचस्प सी। भावें कि आम आदमी पार्टी ने भी हाज़री लवाई है, पर मुख मुकाबला कांग्रेस ते भाजपा के विचकार सी। बीजेपी ने कोशिश की शुरुआत दे विच कुछ सेंसिटिव मुद्दे, कुछ सो कॉल्ड नैशनलिज्म वाले मुद्दों दे नाल चोण नूं भगाउण दी, पर वो चले नहीं। कांग्रेस ने ओल्ड पेंशन स्कीम ਜਾਂ ਉੱਥੇ ਦੇ ਸਥਾਨਕ ਮੁੱਦੇ ਚੁੱਕੇ, दूसरिया पार्टियां ने भी स्थानक मुद्दे चुके। कुल मिला के सारा सीन की बनता हिमाचल इलैक्शन का की दिखाई दे रहा। 75% तो उपर जो वोट हुई है वो की दर्शाती है। ये तमाम सवालों ਦੇ जवाब ਲੱਭਣ ਲਈ ਅੱਜ ਆਪਾਂ ਸੀਨੀਅਰ ਜਰਨਲਿਸਟ ਜੋ ਕਿ ਹਿਮਾਚਲ ਪ੍ਰਦੇਸ਼ ਤੋਂ ਹੀ ਨੇ, ਰਾਜੀਵ ਖੰਨਾ ਦਾ ਸਿਟੀਜ਼ਨ ਦੇ ਕੰਸਲਟਿੰਗ ਐਡੀਟਰ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਕਾਫੀ ਲੰਮਾ ਤਜਰਬਾ ਉਹਨਾਂ ਨੂੰ ਹਿਮਾਚਲ ਦੀ ਸਿਆਸਤ ਬਾਰੇ, ਉਹਦੀ ਹਿਮਾਚਲ ਦੀ ਸਿਆਸਤ ਦੀ ਨਬਜ਼ ਨੂੰ ਟੋਣ ਦੀ ਉਹ ਕੋਸ਼ਿਸ਼ ਕਰਦੇ ਹੁੰਦੇ ਨੇ ਹਮੇਸ਼ਾ। ਸੋ ਆਪਾਂ ਰਾਜੀਵ ਨਾਲ ਗੱਲਬਾਤ ਕਰਾਂਗੇ। ਰਾਜੀਵ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਰਾਜੀਵ। ਥੈਂਕ ਯੂ ਸ਼ਿਵਿੰਦਰ। ਰਾਜੀਵ, ਹਿਮਾਚਲ ਦੇ ਵਿੱਚ ਵੋਟਾਂ ਪੈ ਗਈਆਂ ਨੇ। ਹੁਣ ਤੱਕ ਜੋ ਸਾਹਮਣੇ ਆਇਆ 75% ਤੋਂ ਉੱਤੇ ਵੋਟਾਂ ਪਈਆਂ ਨੇ। ਕਾਫੀ ਜਿਹਨੂੰ ਕਹਿੰਦੇ ਕਿ 75% ਬਹੁਤ ਵੋਟਾਂ ਹੁੰਦੀਆਂ ਹੈਗੀਆਂ ਨੇ, ਤੇ ਇਹਦੇ ਤੇ ਬਾਰੇ ਸਿਆਣੇ ਕਹਿੰਦੇ ਨੇ ਕਿ ਜਦੋਂ ਕੋਈ ਬਦਲਾਅ ਆਉਣਾ ਹੁੰਦਾ ਜਾਂ ਤਾਂ ਉਹਦੀ ਨਿਸ਼ਾਨੀ ਹੁੰਦੀ ਹੈ, ਜਾਂ ਕਦੇ ਇੱਕ ਪੱਖ ਵਿੱਚ ਝੁਕਣ ਦੀ ਵੀ ਨਿਸ਼ਾਨੀ ਹੁੰਦੀ ਹੈ। ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਹਿਮਾਚਲ ਦਾ ਤੁਹਾਨੂੰ ਕਾਫੀ ਤਜਰਬਾ, ਕਿ ਇਹ ਜੋ 75% ਤੋਂ ਉੱਤੇ ਪਈਆਂ ਹੋਈਆਂ ਵੋਟਾਂ ਇਹ ਕੀ ਦਿਖਾਉਂਦੀਆਂ ਨੇ? ਕੱਲ ਤੁਸੀਂ ਜਦੋਂ ਲੋਕ ਵੋਟਾਂ ਪਾ ਰਹੇ ਸੀ ਉਦੋਂ ਬਹੁਤ ਨੇੜਿਓਂ ਦੇਖਿਆ ਹੋਏਗਾ, ਲੋਕਾਂ 'ਚ ਕੀ ਭਾਵਨਾਵਾਂ ਸੀਗੀਆਂ, ਕੀ ਸਾਰਾ ਇਹ ਦ੍ਰਿਸ਼ ਬਣਦਾ ਜੀ? ਦੇਖੋ ਸ਼ਿਵਿੰਦਰ, ਇੱਕ ਚੀਜ਼ ਤੇ ਤੁਸੀਂ ਕਹਿ ਦਿੱਤੀ ਕਿ ਬਈ ਜਿਹੜੀ ਇੰਨੀ ਹਾਈ ਪਰਸੈਂਟੇਜ ਹੁੰਦੀ ਹੈ ਤੇ ਉਹ ਦਿਖਾਉਂਦੀ ਹੈ ਜਾਂ ਤੇ ਮਤਲਬ ਕਿ ਇੱਕ ਐਂਟੀ ਇਨਕੰਬੈਂਸੀ ਦਾ ਫੈਕਟਰ ਹੁੰਦਾ ਹੈ, ਜਾਂ ਦੂਜੇ ਕਿ ਇੱਕ ਪਾਸੇ ਵੋਟ ਪੈਂਦੀ ਹੈ, ਉਹ ਇੱਕ ਪੱਖ ਹੈਗਾ। ਦੂਜੀ ਚੀਜ਼ ਜਿਹੜੀ ਮੈਂ ਬਹੁਤ ਪੋਜ਼ਿਟਿਵ ਦੇਖਣਾ ਹੈ ਚੀਜ਼ ਕਿ ਹਿਮਾਚਲ ਨੇ ਇੱਕ ਵਾਰੀ ਫਿਰ ਪ੍ਰੂਵ ਕੀਤਾ ਹੈ ਕਿ ਜਿਹੜਾ ਲਿਟਰੇਟ ਹੋਣਾ, ਪੜ੍ਹਿਆ ਲਿਖਿਆ ਹੋਣਾ ਸੂਬਾ ਬਹੁਤ ਮੈਟਰ ਕਰਦਾ। ਇੰਨੀ ਹਾਈ ਪਰਸੈਂਟੇਜ ਲੋਕੀ ਬਾਹਰ ਆਏ ਨੇ, ਮਤਲਬ ਉਹ ਸਮਝਦੇ ਨੇ, ਆਪਣੀ ਵੋਟ ਦੀ ਤਾਕਤ ਨੂੰ ਵੀ ਸਮਝਦੇ ਨੇ, ਤੇ ਇੱਕ ਡੈਮੋਕ੍ਰੇਸੀ ਵਿੱਚ ਆਪਣਾ ਜਿਹੜਾ ਇੱਕ ਰਾਈਟ ਹੈ ਉਹਨੂੰ ਐਕਸਰਸਾਈਜ਼ ਕਰਨਾ ਉਹਨੂੰ ਵੀ ਸਮਝਦੇ ਨੇ, ਤੇ ਉਹਦੀ ਇੰਪੋਰਟੈਂਸ ਵੀ ਸਮਝਦੇ ਨੇ। ਤੇ ਜਿਹੜੀ ਤੁਸੀਂ ਗੱਲ ਕੀਤੀ ਵੀ ਲੋਕਾਂ 'ਚ, ਮੈਂ ਤੁਹਾਨੂੰ ਇਹ ਦੱਸਦਾ ਕਿ ਹਿਮਾਚਲ ਦਾ 2-3 ਮਤਲਬ ਬੜੀ ਫੇਮਸ ਚੀਜ਼ਾਂ ਹੈਗੀਆਂ ਹਿਮਾਚਲ ਦੇ ਪੋਲੀਟੀਕਲ ਬਿਹੇਵੀਅਰ ਬਾਰੇ। ਇੱਕ ਤਾਂ ਇਹ ਹੈਗਾ ਕਿ ਹਿਮਾਚਲ ਦੀ ਜਨਤਾ ਜਦ ਬਾਹਰ ਨਿਕਲਦੀ ਹੈ ਨਾ, ਉਹ ਕਿਸੇ ਨੂੰ ਜਿਤਾਉਣ ਵਾਸਤੇ ਨਹੀਂ ਨਿਕਲਦੀ, ਉਹ ਕਿਸੇ ਨੂੰ ਹਰਾਉਣ ਵਾਸਤੇ ਨਿਕਲਦੀ ਹੈ। ਇਹਨੂੰ ਤੁਸੀਂ ਹੁਣ ਨੈਗੇਟਿਵ ਲਓ, ਪੋਜ਼ਿਟਿਵ ਲਓ, ਜੋ ਵੀ ਲਓ, ਮਤਲਬ ਹਿਮਾਚਲ ਦਾ ਇੱਕ ਟੈਂਪਰਾਮੈਂਟ ਇਹ ਹੈਗਾ। ਦੂਜਾ ਹਿਮਾਚਲ ਦਾ ਇਹ ਹੈਗਾ ਕਿ ਇਹ ਹਿਮਾਚਲ ਦਾ ਚੁਣਾਵ ਨਾ ਹਮੇਸ਼ਾ ਲੋਕੀ ਇਹ ਚਾਹੁੰਦੇ ਨੇ ਕਿ ਸਾਡੇ ਮੁੱਦਿਆਂ ਤੇ ਹੋਏ, ਕਿਉਂਕਿ ਪਹਾੜੀ ਰਾਜ ਹੈ ਇੱਥੇ, ਉਹ ਬਾਕੀ ਫੈਕਟਰ ਕੰਮ ਨਹੀਂ ਕਰਦੇ ਜਿਹੜੇ ਬਾਕੀ ਦੇਸ਼ ਵਿੱਚ ਕਰਦੇ ਨੇ। ਮਤਲਬ ਤੁਸੀਂ ਸਮਝ ਲਓ ਕਿ ਇੱਥੇ ਹੁਣ ਖਬਰਾਂ ਤੁਸੀਂ ਦੇਖੀਆਂ ਹੋਣੀਆਂ, ਫੋਟੋਆਂ ਦੇਖੀਆਂ ਹੋਣੀਆਂ ਕਿ ਸਪੀਤੀ ਜਿਹੀ ਜਗ੍ਹਾ ਵਿੱਚ ਜਿੱਥੇ ਬਰਫ਼ ਪਈ ਹੈ ਤੇ ਦੁਨੀਆ ਦਾ ਸਭ ਤੋਂ ਹਾਈਐਸਟ ਪੋਲਿੰਗ ਸਟੇਸ਼ਨ ਹੈ, ਤੇ ਉੱਥੇ 100% ਪੋਲਿੰਗ ਹੋਣੀ, ਮਤਲਬ ਇਹ ਲੋਕਾਂ ਨੂੰ ਇੱਕ ਮਤਲਬ ਮੁਬਾਰਕਬਾਦ ਦੇਣ ਵਾਲੀ ਗੱਲ ਹੈ। ਭਾਵੇਂ ਕੋਈ ਸਰਕਾਰ ਹੋਏ, ਕੁਛ ਵੀ ਹੋਏ, ਜਾਂ ਜਿੱਧਰ ਵੀ ਵੋਟ ਕਰਨ, ਪਰ ਲੋਕੀ ਅਗਰ ਇਹ ਸਮਝ ਕੇ ਬਾਹਰ ਆਉਂਦੇ ਨੇ ਤੇ ਬਹੁਤ ਵੱਡੀ ਉਹਨਾਂ ਦੀ ਮਤਲਬ ਮੈਂ ਕਹਾਂਗਾ ਇੰਡੀਅਨ ਡੈਮੋਕ੍ਰੇਸੀ ਵਾਸਤੇ ਵੀ ਵੱਡੀ ਅਚੀਵਮੈਂਟ ਹੈ। ਤੇ ਤੀਜੀ ਚੀਜ਼ ਜਿਹੜੀ ਮੈਂ ਕਹਾਂਗੀ, ਇਹ ਪੂਰਾ ਚੁਣਾਵ ਜਿਹੜਾ ਸੀਗਾ, ਦੇਖੋ ਨਤੀਜੇ ਕੁਛ ਵੀ ਆਉਣ, ਇਹਦੇ ਦੋ ਚੀਜ਼ਾਂ ਸੀਗੀਆਂ। ਲੋਕਾਂ ਦਾ ਮੂਡ ਜਿਹੜਾ ਸੀਗਾ ਉਹ ਸਰਕਾਰ ਤੋਂ ਨਾਰਾਜ਼ਗੀ ਦਾ ਸੀਗਾ, ਇੱਕ ਚੀਜ਼ ਸੀਗੀ। ਪਰ ਦੂਜੇ ਪਾਸੇ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਬੀਜੇਪੀ ਕਿੰਨੀ ਵੈਲ ਆਇਲਡ ਇੱਕ ਇਲੈਕਸ਼ਨ ਮਸ਼ੀਨਰੀ ਹੈ। ਮਿਹਨਤ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ। ਇੱਕ ਤਰੀਕੇ ਨਾਲ ਨੈਸ਼ਨਲ ਲੀਡਰਸ਼ਿਪ ਦੀ ਕਾਰਪੇਟ ਬੌਂਬਿੰਗ ਕੀਤੀ ਜਦੋਂ ਜਾਂਦੇ ਸੀਗੀ। ਐਂਟੀ ਇਨਕੰਬੈਂਸੀ ਸਟੇਟ ਗਵਰਨਮੈਂਟ ਪ੍ਰਤੀ ਹੈਗੀ, ਪਰ ਭਾਵੇਂ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣ, ਹੋਮ ਮਿਨਿਸਟਰ ਅਮਿਤ ਸ਼ਾਹ ਹੋਣ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਯੋਗੀ ਹੋਣ, ਤੇ ਮਤਲਬ ਇਹ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਹੁਣ ਰਿਜ਼ਲਟ ਤੇ ਜੋ ਵੀ ਆਏਗਾ ਦੇਖੇ, ਮਤਲਬ ਉਹ ਤੇ ਉਸ ਬਾਰੇ ਅਸੀਂ ਕੁਝ ਉਹ ਕਹਿ ਪ੍ਰਿਡਿਕਸ਼ਨ ਨਹੀਂ ਕਰ ਸਕਦੇ ਕਿ ਲੋਕੀ ਕੀ ਰਿਜ਼ਲਟ ਮਤਲਬ ਕਿਸ ਤਰ੍ਹਾਂ ਵੋਟ ਕਰਨਗੇ। ਪਰ ਹਾਂ, ਮਿਹਨਤ ਬੀਜੇਪੀ ਦੀ ਕਾਂਗਰਸ ਤੋਂ ਕਿਧਰੇ ਜ਼ਿਆਦਾ ਨਜ਼ਰ ਆਈ, ਇਹ ਚੀਜ਼ ਦੇਖਣ ਵਾਲੀ ਹੈ। ਜੀ ਸ਼ੁਰੂ ਰਾਜੀਵ, ਇਹਦੇ ਵਿੱਚ ਐਤਕੀ ਦੇਖੋ ਜਦੋਂ ਇਲੈਕਸ਼ਨ ਹੋ ਰਹੀ ਸੀ, ਇੱਕ ਤਾਂ ਵੱਡੇ ਚਿਹਰੇ ਕੋਈ ਨਹੀਂ ਸੀਗੇ। ਵੀਰਭੱਦਰ ਸਿੰਘ ਦੀ ਜਿਹੜੀ ਘਾਟ ਹੈ ਕਾਂਗਰਸ ਨੂੰ ਮਹਿਸੂਸ ਹੋਈ। ਕਾਂਗਰਸ ਨੇ ਵੀਰਭੱਦਰ ਸਿੰਘ ਦੇ ਚਿਹਰੇ ਨੂੰ ਯੂਜ਼ ਵੀ ਕੀਤਾ, ਵਰਤਿਆ ਵੀ, ਭਾਵੁਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਹੀ ਪ੍ਰੇਮ ਕੁਮਾਰ ਧੂਮਲ ਵਰਗਾ ਬੰਦਾ ਵੀ ਪਰਾਂ ਹੋ ਗਿਆ ਹੈ। ਮਤਲਬ ਜੇ ਆਪਾਂ ਬੀਜੇਪੀ ਵਾਲੇ ਪਾਸੋਂ ਕਹੀਏ, ਕਾਂਗਰਸ ਦਾ ਵੀਰਭੱਦਰ ਸਿੰਘ, ਕਾਂਗਰਸ ਨੇ ਕੋਸ਼ਿਸ਼ ਕੀਤੀ ਵੀਰਭੱਦਰ ਸਿੰਘ ਦੇ ਚਿਹਰੇ ਨੂੰ ਭਾਵੁਕ ਤੌਰ ਤੇ ਲੈਣ ਦੀ, ਤੇ ਇਧਰੋਂ ਬੀਜੇਪੀ ਦਾ ਪ੍ਰੇਮ ਕੁਮਾਰ ਧੂਮਲ ਪਰਾਂ। ਉਹਦੇ ਬਾਰੇ ਕਈ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਵੀ ਦੇਖੋ ਜੀ ਉਹਨੂੰ ਟਿਕਟ ਨਹੀਂ ਦਿੱਤੀ, ਬਾਅਦ ਵਿੱਚ ਉਹਨੂੰ ਕਹਿਣਾ ਪਿਆ ਕਿ ਨਹੀਂ ਮੈਂ ਆਪ ਹੀ ਨਹੀਂ ਮਤਲਬ ਲਈ ਹੈਗੀ। ਵੱਡੇ ਚਿਹਰੇ ਤੋਂ ਬਿਨਾਂ
ਇਲੈਕਸ਼ਨ ਹੋਈ, ਇਹਦੇ ਹੋਰ ਕਈ ਸਾਰੇ, ਮਤਲਬ ਮੇਰਾ ਸਵਾਲ ਇਹ ਹੈ ਕਿ ਜੋ ਇਲੈਕਸ਼ਨ ਐਤਕੀ ਹੋਈ ਉਹ ਚ ਡਿਫਰੈਂਸ ਕੀ ਸੀ, ਵੱਖਰਾ ਕੀ ਸੀਗਾ ਦੂਜੀਆਂ ਚੋਣਾਂ ਨਾਲੋਂ? ਮੇਨ ਚੀਜ਼ ਤੇ ਇਹੀ ਸੀ ਸ਼ਿਵਿੰਦਰ ਕਿ ਕੋਈ ਵੱਡਾ ਚਿਹਰਾ ਨਹੀਂ ਸੀਗਾ, ਪਰ ਜਦ ਤੁਸੀਂ ਗੱਲ ਕਰਦੇ ਹੋ ਦੋਵੇਂ ਪਾਰਟੀਆਂ ਦੀ, ਆਪਾਂ ਗੱਲ ਕਰ ਲੈਂਦੇ ਆ। ਪਹਿਲੀ ਚੀਜ਼ ਕਾਂਗਰਸ, ਤੁਸੀਂ ਕਿਹਾ ਕਿ ਕਾਂਗਰਸ ਵਿੱਚ ਵੀਰਭੱਦਰ ਸਿੰਘ ਦੀ ਕਾਟ ਮਹਿਸੂਸ ਹੋਈ, ਜ਼ਾਹਿਰ ਤੌਰ ਤੇ ਹमें ਮਹਿਸੂਸ ਹੋਈ। ਉਹ ਇੱਕ ਇਮੋਸ਼ਨਲ ਕਨੈਕਟ ਕਰਨ ਦੀ ਕਾਂਗਰਸ ਨੇ ਕੋਸ਼ਿਸ਼ ਵੀ ਕੀਤੀ, ਵੀਰਭੱਦਰ ਦਾ ਚਿਹਰਾ ਹਰ ਪੋਸਟਰ ਤੇ ਸੀਗਾ। ਇੱਕ ਇਹ ਪੱਖ ਸੀਗਾ। ਦੂਜਾ ਪੱਖ ਜਿਹੜਾ ਬਹੁਤ ਇੰਪੋਰਟੈਂਟ ਸੀਗਾ ਉਹ ਸੀਗਾ ਪ੍ਰਿਯੰਕਾ ਗਾਂਧੀ ਨੇ ਜਿਸ ਤਰੀਕੇ ਨਾਲ ਹਿਮਾਚਲ ਨਾਲ ਇੱਕ ਮਤਲਬ ਇਮੋਸ਼ਨਲ ਕਾਰਡ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣੀ ਹਰ ਰੈਲੀ 'ਚ ਦੱਸਿਆ ਕਿ ਕਿਸ ਤਰੀਕੇ ਇੰਦਰਾ ਗਾਂਧੀ, ਉਹਨਾਂ ਦੀ ਦਾਦੀ ਜਿਹੜੀ ਸੀ ਪ੍ਰਾइम मिनिस्टर इंदिरा गांधी, किस तरीके तमाम ओपोजिशन के बावजूद, क्योंकि उस समय जब हिमाचल ਨੂੰ संपूर्ण राज्य का दर्जा मिल रहा सी ते जनसंघ मतलब ਜਿਹੜੀ ਖਬਰਾਂ ਅਸੀਂ ਪੜੀਆਂ ਪੁਰਾਣੀਆਂ, ਜਨਸੰਘ ਅਪੋਜ਼ ਕਰ ਰਿਹਾ ਸੀ ਵੀ ਇਹ ਕਿਦਾਂ ਵਾਇਬਲ ਕਿਦਾਂ ਹੋਏਗਾ ਇਹ ਸੂਬਾ। ਪਰ ਬਰਫ਼ ਦੇ ਵਿੱਚ 25 ਜਨਵਰੀ ਨੂੰ 1971 ਵਿੱਚ ਹਿਮਾਚਲ ਨੂੰ ਦਰਜਾ ਦਿੱਤਾ ਇੰਦਰਾ ਗਾਂਧੀ ਨੇ, ਮਤਲਬ ਸਰਕਾਰ ਨੇ ਪੂਰੇ ਸਟੇਟ ਦਾ। ਦੂਜਾ, ਇੰਦਰਾ ਗਾਂਧੀ ਆਪ ਮੌਜੂਦ ਸੀ ਪੂਰੇ ਬਰਫ਼ ਦੇ ਵਿੱਚ, ਤੇ ਉਹ ਇੱਕ ਇਮੋਸ਼ਨਲ ਜਿਹੜਾ ਕਾਰਡ ਹੈ ਉਹ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕੀਤੀ। ਇੰਦਰਾ ਗਾਂਧੀ, ਪ੍ਰਿयंका ਦਾ ਇਹ ਵੀ ਕਹਿਣਾ ਸੀ ਕਿ ਇੰਦਰਾ ਗਾਂਧੀ ਦੀ ਖੁਆਇਸ਼ ਸੀਗੀ ਕਿ ਵੀ ਰਿਟਾਇਰਮੈਂਟ ਤੋਂ ਬਾਅਦ ਉਹ ਹਿਮਾਚਲ ਆ ਕੇ ਰਹਿਣ, ਪਰ ਉਹ ਤੇ ਹੋ ਨਹੀਂ ਸਕਿਆ। ਅਸੀਂ ਸਭ ਜਾਣਦੇ ਹਾਂ ਕਿ ਉਹਨਾਂ ਦਾ ਕਤਲ ਹੋ ਗਿਆ ਸੀ। ਪਰ ਪ੍ਰਿयंका ਨੇ ਆਪਣਾ ਮਕਾਨ ਇੱਥੇ ਸ਼ਿਮਲੇ ਨੇੜੇ ਮਸ਼ੋਬਰਾ ਬਣਾਇਆ ਹੋਇਆ ਤੇ ਉਹ ਇੱਕ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਆਪਾਂ ਜਦ ਬੀਜੇਪੀ ਦੀ ਗੱਲ ਕਰਨੇ ਤੇ ਉਹੀ ਚੀਜ਼ ਨਰਿੰਦਰ ਮੋਦੀ ਨੇ ਵੀ ਕੋਸ਼ਿਸ਼ ਕੀਤੀ, ਕਿਉਂਕਿ ਆਪਾਂ ਸਾਰੇ ਜਾਣਦੇ ਕਿ ਨਰਿੰਦਰ ਮੋਦੀ ਇੱਥੇ ਮਤਲਬ ਕਿ ਪ੍ਰਭਾਰੀ ਵੀ ਰਹੇ ਹਿਮਾਚਲ ਬੀਜੇਪੀ ਦੇ, ਉਸ ਤੋਂ ਪਹਿਲਾਂ ਇਹਦਾ ਪ੍ਰਚਾਰਕ ਵੀ ਕੰਮ ਕਰਦੇ ਰਹੇ। ਤੇ ਉਹਨਾਂ ਦੀ ਵੀ ਮਤਲਬ ਪਰਸਨਲ ਰਿਕਾਲ ਬਹੁਤ ਚੰਗੀ ਹੈਗੀ। ਰੈਲੀਆਂ ਵਿੱਚ ਉਹਨਾਂ ਨੇ ਜਾ ਕੇ ਕਿਸੇ ਗੈਸਟ ਹਾਊਸ ਦੇ ਚੌਕੀਦਾਰ ਦਾ ਨਾਂ ਲੈ ਦੇਣਾ, ਕਿਸੇ ਸ਼ਹਿਰ ਵਿੱਚ ਜਾ ਕੇ ਕਿਸੇ ਚਨੇ ਜਾਂ ਮੱਕੀ ਵੇਚਣ ਵਾਲੇ ਦਾ ਨਾਂ ਲੈ ਦੇਣਾ। ਉਸ ਤਰੀਕੇ ਨਾਲ ਕਨੈਕਟ ਕਰਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਸੀਗੀ, ਉਹ ਵੀ ਭਾਵਨਾਤਮਕ ਜਿਹੜੀ ਕੋਸ਼ਿਸ਼ ਸੀ ਉਹ ਵੀ ਨਜ਼ਰ ਆ ਰਹੀ ਸੀ। ਅੱਛਾ, ਬੀਜੇਪੀ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਈ ਐਤਕੀ ਕਿ जयराम ठाकुर, हालांकि बड़े मैं कहूँगा कि बड़े एक्सेसिबल लीडर हैगे, चंगे इंसान हैगे, पर एक चंगा इंसान होना ते एक चंगा पॉलिटिशियन होना ਉਹਦੇ ਵਿੱਚ ਬਹੁਤ ਫਰਕ ਹੈਗਾ। ਨਾਲੇ ਹੱਲੇ ਉਹਨਾਂ 'ਚ ਉਹ ਮੈਚਿਓਰਿਟੀ ਕਹਿ ਲਓ ਜਾਂ ਉਹ ਸਟੇਚਰ ਹੱਲੇ ਨਹੀਂ ਆਇਆ ਜਿਹੜਾ ਬੀਜੇਪੀ ਵਿੱਚ ਪਹਿਲਾਂ ਸ਼ਾਂਤਾ ਕੁਮਾਰ ਤੇ ਬਾਅਦ ਵਿੱਚ ਪ੍ਰੇਮ ਕੁਮਾਰ ਧੂਮਲ ਨੇ ਅਟੇਨ ਕੀਤਾ। ਦੋਵੇਂ ਪਾਸੋਂ ਨਾ ਇੱਕ ਮਤਲਬ ਕਿ ਸਟੇਟ ਲੀਡਰਸ਼ਿਪ ਦਾ ਵੈਕਿਊਮ ਨਜ਼ਰ ਆਇਆ ਕਿ ਵੀ ਪੈਨ ਹਿਮਾਚਲ ਲੀਡਰ ਜਿਹੜਾ ਹੁੰਦਾ ਉਹਦੀ ਇੱਕ ਇਮੇਜ ਜਿਹੜੀ ਹੁੰਦੀ ਹੈ ਜੀ, ਸਟਰੋਂਗ ਇਮੇਜ ਹੁੰਦੀ ਹੈ, ਉਹ ਨਜ਼ਰ ਨਹੀਂ ਆਈ। ਇਹ ਇਸ ਚੁਣਾਵ ਸਭ ਤੋਂ ਵੱਡੀ ਗੱਲ ਸੀ ਜੀ। ਰਾਜੀਵ, ਆਪਾਂ ਦੇਖਿਆ ਕਿ ਦੋਵੇਂ ਪਾਰਟੀਆਂ ਨੂੰ ਜਿਹੜੇ ਬਾਗੀ ਉਮੀਦਵਾਰ ਹੈ ਉਹਨਾਂ ਦਾ ਸਾਹਮਣਾ ਕਰਨਾ ਪਿਆ। ਜੇ ਮੈਂ ਗਲਤ ਨਾ ਹੋਵਾਂ, ਕਾਂਗਰਸ ਕੋਲ ਦੇ ਅੱਗੇ ਵੀ 6-7 ਉਮੀਦਵਾਰ ਸੀ ਤੇ ਬੀਜੇਪੀ ਮੂਹਰੇ ਸਭ ਤੋਂ ਵੱਡੀ 21 ਬੰਦੇ, 21 ਬਾਗੀ ਚੋਣ ਲੜ ਰਹੇ ਸੀਗੇ। ਤੇ ਖਾਸ ਕਰਕੇ ਹਿਮਾਚਲ ਉਹ ਸੂਬਾ ਸਾਡੇ ਸਾਹਮਣੇ ਆਇਆ ਜਿੱਥੇ ਬੀਜੇਪੀ ਦਾ ਇੱਕ ਨਾਰਾ ਹੁੰਦਾ ਸੀ ਵੀ ਅਸੀਂ ਕਦਰਾਂ ਕੀਮਤਾਂ ਵਾਲੀ ਪਾਰਟੀ ਆ, ਉਹਦਾ ਵੀ ਸੱਚ ਸਾਹਮਣੇ ਆਇਆ। ਦੂਜੇ ਬੰਨੇ ਉਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਪਰਿਵਾਰਵਾਦ ਦੇ ਵਿਰੋਧੀ ਆ, ਉਹਨਾਂ ਦੇ ਪਰਿਵਾਰਵਾਦ ਵਾਲਾ ਸੱਚ ਵੀ ਸਾਹਮਣੇ ਆ ਗਿਆ। ਹੁਣ ਜੋ ਬਾਗੀ ਉਮੀਦਵਾਰ ਹੈ ਜਿਨ੍ਹਾਂ ਨੂੰ ਸ਼ਾਂਤ ਕਰਨ ਦੇ ਲਈ ਨਰਿੰਦਰ ਮੋਦੀ ਤੱਕ ਨੂੰ ਵੀ ਜ਼ੋਰ ਲਾਉਣਾ ਪਿਆ, ਉਹ ਇੱਕ ਜਿਹੜੀ ਆਡੀਓ ਸਾਹਮਣੇ ਆਉਂਦੀ ਆ ਫੋਨ ਰਾਹੀਂ, ਉਹ ਇੱਕ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਜੋ ਚੋਣ ਲੜ ਰਿਹਾ ਹੁੰਦਾ ਬੀਜੇਪੀ ਤੇ ਆਪੋਜੀਟ। ਹੁਣ ਕੀ ਇਹ ਜਿਹੜਾ ਬਾਗੀ ਹੈ, ਇਹ ਬਾਗੀ ਨੁਕਸਾਨ ਜ਼ਿਆਦਾ ਕਿਹਦਾ ਕਰਨਗੇ? ਤੁਹਾਨੂੰ ਲੱਗਦਾ ਵੀ ਇਹ ਬੀਜੇਪੀ ਤੇ ਕਿੰਨਾ ਭਾਰੂ ਪੈਣਗੇ? ਦੇਖਣ ਨੂੰ ਤਾਂ ਇਹ ਲੱਗਦਾ ਕਿ ਬੀਜੇਪੀ ਤੇ ਜ਼ਿਆਦਾ ਬੰਦੇ ਬਾਗੀ ਹੈਗੇ ਨੇ ਬੀਜੇਪੀ ਚੋਂ ਨਿਕਲ ਕੇ ਜੋ ਚੋਣ ਲੜ ਰਹੇ ਨੇ। ਦੇਖिए ਸ਼ਿਵਿੰਦਰ, ਇਸ ਤੋਂ ਪਹਿਲਾਂ ਆਪਾਂ ਜਾਈਏ ਕਿ ਕਿਹਦਾ ਨੁਕਸਾਨ ਹੋਏਗਾ, ਦੋ ਚਾਰ ਚੀਜ਼ਾਂ ਮੈਂ ਤੁਹਾਨੂੰ ਦੱਸਣੀ ਚਾਹਾਂਗਾ। ਬੀਜੇਪੀ ਜਿੱਦਾਂ ਤੁਸੀਂ ਕਿਹਾ ਕਿ ਬਈ ਇੱਕ ਤੇ ਪਰਿਵਾਰਵਾਦ ਜਿਹੜਾ ਨਾਰਾ ਹੈਗਾ ਉਹ ਵੀ ਖੋਖਲਾ ਸਾਬਤ ਹੋ ਗਿਆ ਬੀਜੇਪੀ ਦਾ ਉਰੇ। ਦੂਜੀ ਚੀਜ਼, ਬੀਜੇਪੀ ਜਿਹੜੀ ਕਲੇਮ ਕਰਦੀ ਹੈ ਕਿ ਵੀ ਉਹ ਪਾਰਟੀ ਵਿਦ ਡਿਫਰੈਂਸ ਹੈ, ਉਹ ਪ੍ਰੂਵ ਹੋਇਆ ਕਿ ਉਹ ਪਾਰਟੀ ਵਿਦ ਡਿਫਰੈਂਸ ਨਹੀਂ, ਉਹ ਪਾਰਟੀ ਵਿਦ ਡਿਫਰੈਂਸਿਸ ਬਣ ਚੁੱਕੀ। ਉਹ ਚੀਜ਼ ਵੀ ਇੱਥੇ ਨਜ਼ਰ ਆਈ। ਤੀਜੀ ਚੀਜ਼, ਬੀਜੇਪੀ ਜਿਹੜੀ ਕਿ ਗੁਜਰਾਤ ਵਿੱਚ ਜਾਂ ਬਾਕੀ ਥਾਵਾਂ ਤੇ ਨਰਿੰਦਰ ਮੋਦੀ ਆਪ ਜਾ ਕੇ ਕਹਿੰਦੇ ਫਿਰ ਰਹੇ ਨੇ ਕਿ ਵੀ ਰੇਵੜੀ ਕਲਚਰ ਨਹੀਂ ਹੋਣਾ ਚਾਹੀਦਾ, ਉਹ ਰੇਵੜੀ ਕਲਚਰ ਉਰੇ ਬੀਜੇਪੀ ਨੇ ਹੀ ਆਪਣੇ ਹੱਥੋਂ ਡੈਮੋਨਸਟ੍ਰੇਟ ਕੀਤਾ। ਇਹ ਸਭ ਤੋਂ ਪਹਿਲਾਂ ਆਪਾਂ ਥੋੜਾ ਉਹ ਕਿਵੇਂ, ਉਹ ਕਿਦਾਂ, ਉਹ ਮਤਲਬ ਕਿ ਜਿਸ ਤਰੀਕੇ ਦੇ ਨਾਲ ਮੈਨੀਫੈਸਟੋ ਦੇਖੋ ਤੁਸੀਂ ਕਿ ਅਸੀਂ ਮਤਲਬ ਕੁੜੀਆਂ ਨੂੰ ਸਕੂਟੀਆਂ ਦੇਾਂਗੇ, ਸਾਈਕਲ ਦੇਾਂਗੇ, ਇਸ ਤਰ੍ਹਾਂ ਦੀ ਚੀਜ਼ਾਂ ਦੇ ਤਮਾਮ ਦਰਵਾਜ਼ੇ ਦੇ ਉਹ ਬਾਅਦ ਚ ਆਵਾਂਗੇ। ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸਾਂ ਤੁਹਾਨੂੰ, ਹਿਸਟੋਰੀਕਲੀ ਆਪਾਂ ਦੇਖੀਏ ਤੇ ਹਿਮਾਚਲ ਦੀ ਇੰਪੋਰਟੈਂਸ ਬੀਜੇਪੀ ਦੇ ਕੰਟੈਕਸਟ ਵਿੱਚ ਬਹੁਤ ਜ਼ਿਆਦਾ ਹੈ। ਅਗਰ ਇਹ ਤੁਸੀਂ ਦੇਖੋ ਕਿ ਕਿਉਂਕਿ
1989 ਦਾ ਜਿਹੜਾ ਇਹਨਾਂ ਦਾ ਰਾਸ਼ਟਰੀ ਅਧਿਵੇਸ਼ਨ ਹੋਇਆ ਸੀ ਪਾਲਮਪੁਰ, ਉਹ ਅਧਿਵੇਸ਼ਨ ਸੀ ਜਿੱਥੇ ਇਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਆਪ ਨੂੰ ਐਸੋਸੀਏਟ ਕੀਤਾ ਸੀ ਸੰਤਾਂ ਦੀ ਮੂਵਮੈਂਟ ਨਾਲ, ਰਾਮ ਜਨਮਭੂਮੀ ਮੂਵਮੈਂਟ ਨਾਲ। ਤੇ ਉਹ ਪਾਲਮਪੁਰ ਰੈਜ਼ੋਲੂਸ਼ਨ ਇਹਨਾਂ ਦੇ ਪੂਰੇ ਪੁਰਾਣੇ ਹਿਸਟੋਰੀਕਲ ਕੰਟੈਕਸਟ ਵਿੱਚ ਬਹੁਤ ਇੰਪੋਰਟੈਂਟ ਆਉਂਦਾ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਰਾਮ ਜਨਮਭੂਮੀ ਮੂਵਮੈਂਟ ਨਾਲ ਜੁੜਨ ਤੋਂ ਬਾਅਦ ਬੀਜੇਪੀ ਦੀ ਗਰੋਥ ਦੀ ਟ੍ਰੈਜੈਕਟਰੀ ਕੀ ਰਹੀ ਹੈ, ਅਸੀਂ ਸਾਰੇ ਜਾਣਦੇ ਹਾਂ ਤੇ ਸਾਨੂੰ ਉਹ ਚੀਜ਼ ਯਾਦ ਰੱਖਣੀ। ਪਰ ਜਿੱਦਾਂ ਤੁਸੀਂ ਇਹ ਬਾਗੀ ਹੁਣ ਦੇਖੋ 68 ਵਿੱਚੋਂ ਅਗਰ ਇਹ 21 ਬਾਗੀ ਨੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਾਰਟੀ ਦੀ ਕੀ ਹਾਲਤ ਹੈ। ਠੀਕ ਹੈ, ਰਿਜ਼ਲਟ ਭਾਵੇਂ ਕੁਝ ਵੀ ਆਏ, ਕਿਉਂਕਿ ਬਾਗੀ ਉਮੀਦਵਾਰ ਜਿਹੜੇ ਸੀਗੇ ਬੀਜੇਪੀ ਦੇ ਜਾਂ ਕਾਂਗਰਸ ਦੇ ਵੀ, ਉਹ ਕੋਈ ਹਲਕੇ ਉਮੀਦਵਾਰ ਨਹੀਂ ਸੀਗੇ, ਬੜੇ ਪਾਵਰਫੁਲ, ਮਤਲਬ ਕਿ ਕਈ ਥਾਵਾਂ ਤੇ ਉਹ ਟੱਕਰ ਦੇ ਰਹੇ। ਇੰਦੂ ਵਰਮਾ ਬਹੁਤ ਸਟਰੋਂਗ ਹੈ, ਜਿਵੇਂ ਇੰਦੂ ਵਰਮਾ ਸਟਰੋਂਗ ਸੀਗੀ, ਉਹਦੇ ਉਹ ਹੁਸ਼ਿਆਰ ਸਿੰਘ ਬਹੁਤ ਸਟਰੋਂਗ ਹੈਗੇ, ਉਹ ਬਾਕੀ ਵੀ ਹੈਗੇ। ਤੇ ਗੱਲ ਇਹ ਹੈਗੀ ਕਿ ਵੀ 21 ਅਗਰ ਜੇ 68 ਤੋਂ 21 ਬਾਗੀ ਹੈਗੇ ਤਾਂ ਤੁਸੀਂ ਸਮਝ ਲਓ ਕਿ ਪਾਰਟੀ ਵਿੱਚ ਕੁਝ ਗੜਬੜ ਹੈਗੀ। ਦੂਜੀ ਚੀਜ਼, ਇਹ ਚੋਣ ਜਿਹੜੀ ਹੈਗੀ ਇੱਕ ਸਿੱਧਾ ਜਿਹੜਾ ਬੀਜੇਪੀ ਦੇ ਅੰਦਰ ਜਿਹੜੀ ਫੁੱਟ ਸੀਗੀ ਉਹ ਦੇਖੀ ਜਾ ਰਹੀ ਹੈ ਦੋ ਗੁੱਟਾਂ ਵਿੱਚ। ਇੱਕ ਗੁੱਟ ਪ੍ਰੇਮ ਕੁਮਾਰ ਧੂਮਲ ਦਾ ਗੁੱਟ ਹੈਗਾ, ਉਹਨਾਂ ਦੇ ਪੁੱਤਰ ਅਸੀਂ ਜਾਣਦੇ ਹਾਂ ਆਪਣਾ ਅਨੁਰਾਗ ਠਾਕੁਰ, ਉਹ ਵੀ ਆਪਣਾ ਇੱਕ ਮਤਲਬ ਕਿ ਫਿਊਚਰ ਭਾਲ ਰਹੇ ਨੇ ਹਿਮਾਚਲ ਵਿੱਚ, ਇਹ ਵੀ ਮਤਲਬ ਅੰਦਰੂਨੀ ਗੱਲ ਪਤਾ ਲੱਗਦੀ ਹੈ। ਦੂਜਾ ਗੁੱਟ ਜੇਪੀ ਨੱਡਾ ਦਾ ਗਰੁੱਪ। ਹੁਣ ਜੇਪੀ ਨੱਡਾ ਰਾਸ਼ਟਰੀ ਅਧਿਕਸ਼ ਹੈਗੇ ਬੀਜੇਪੀ ਦੇ, ਉਹਨਾਂ ਵਾਸਤੇ ਇਹ ਚੋਣ ਜਿਹੜੀ ਹੈਗੀ ਹੈ ਬੜਾ ਇੱਕ ਲਿਟਮਸ ਟੈਸਟ ਹੈਗਾ, ਐਸਿਡ ਟੈਸਟ ਮੰਗਾਵਾਂਗਾ, ਇਹ ਲਿਟਮਸ ਵੀ ਐਸਿਡ ਟੈਸਟ ਹੈਗਾ। ਕਿਉਂਕਿ ਅਗਰ ਬੀਜੇਪੀ ਹਿਮਾਚਲ ਚੋਣ ਹਾਰਦੀ ਹੈ ਤੇ ਨੱਡਾ ਦੀ ਜਿਹੜੀ ਆਪਣੀ ਸਾਖ ਹੈ ਨੈਸ਼ਨਲ ਲੈਵਲ ਤੇ, ਉਹਨੂੰ ਵੀ 60 ਵਜੇਗੀ, ਉਹ ਚੀਜ਼ ਹੋਰ ਦੇਖਣ ਦੀ ਆਈ। ਉਸ ਤੋਂ ਪਹਿਲਾਂ ਜਦ ਅਸੀਂ ਗੱਲ ਕਰਨੇ ਕਿ ਟਿਕਟ ਜਿਸ ਤਰੀਕੇ ਵੰਡੇ ਗਏ, ਐਤਕੀ ਧੂਮਲ ਗਰੁੱਪ ਨੂੰ ਬਿਲਕੁਲ ਹੀ ਕਿਨਾਰੇ ਕਰ ਦਿੱਤਾ ਗਿਆ। ਨਾਲ ਹੁਣ ਗੱਲ ਇਹ ਹੁੰਦੀ ਕਿ ਕਿਸੇ ਪਾਰਟੀ ਵਿੱਚ ਅਗਰ ਜੇ ਇੱਕ ਗੁੱਟ ਬਿਲਕੁਲ ਹੀ ਕਿਨਾਰੇ ਹੋ ਜਾਏ ਜਾਂ ਉਹਨੂੰ ਟਿਕਟਾਂ ਨਾ ਮਿਲਣ, ਤੇ ਇੱਕ ਸਵਾਲ ਉੱਠਦਾ ਹੈ ਕਿ ਕੀ ਉਹ ਗਰੁੱਪ ਜਾਂ ਉਹਦੇ ਲਾਇਲਿਸਟ ਪਾਰਟੀ ਵਾਸਤੇ ਚੋਣਾਂ ਵਿੱਚ ਕੰਮ ਕਰਦੇ ਨੇ। ਆਪਾਂ ਸਾਰੇ ਜਾਣਦੇ ਹਾਂ ਉਹਦਾ ਆਨਸਰ ਵੱਖ-ਵੱਖ ਲੈਵਲਸ ਤੇ, ਕੀ ਪੂਰੇ ਜ਼ੋਰ ਸ਼ੋਰ ਨਾਲ ਉਹ ਕੰਮ ਕਰਦੇ ਨੇ ਤੇ ਕਿੰਨਾ ਕਰਦੇ ਨੇ ਤੇ ਉਹਦਾ ਕੀ ਰਿਜ਼ਲਟ ਆਉਂਦਾ, ਉਹ ਤੇ 29 ਤਰੀਕ ਨੂੰ ਪਤਾ ਲੱਗੇਗਾ। ਪਰ ਹਾਂ, ਬੀਜੇਪੀ ਵਾਸਤੇ ਇੱਕ ਬਹੁਤ ਵੱਡਾ ਮਤਲਬ ਪੂਰਾ ਇੱਕ ਗੁੱਟ ਜਿਹੜੀ ਹੈਗੀ ਉਹ ਸਾਹਮਣੇ ਆਈ। ਅੱਛਾ, ਮਜ਼ੇ ਦੀ ਗੱਲ ਇਹ ਹੈਗੀ, ਇਹੀ ਨਰਿੰਦਰ ਮੋਦੀ ਜਦ ਉਰੇ ਪ੍ਰਭਾਰੀ ਸੀਗੇ 1995 ਵਿੱਚ, ਇਹੀ ਨਰਿੰਦਰ ਮੋਦੀ ਨੇ ਪ੍ਰੇਮ ਕੁਮਾਰ ਧੂਮਲ ਨੂੰ ਪ੍ਰੌਪ ਅਪ ਕੀਤਾ ਸੀ ਸ਼ਾਂਤਾ ਕੁਮਾਰ ਦੇ ਖਿਲਾਫ। ਉਸ ਟਾਈਮ ਮਤਲਬ ਇੱਕ ਰਿਪਲੇਸਮੈਂਟ ਲੱਭੀ ਸੀ ਇੱਕ ਤਰੀਕੇ ਨਾਲ, ਪ੍ਰੌਪ ਅਪ ਤੇ ਨਹੀਂ ਕਵਾਂਗਾ, ਪਰ ਸ਼ਾਂਤਾ ਕੁਮਾਰ ਦੀ ਇੱਕ ਆਲਟਰਨੇਟ ਲੱਭਣ ਦੀ ਗੱਲ ਆਈ ਸੀ ਤੇ ਨਰਿੰਦਰ ਮੋਦੀ ਨੇ ਪ੍ਰੇਮ ਕੁਮਾਰ ਧੂਮਲ ਨੂੰ ਲੱਭਿਆ ਸੀ। ਅੱਜ ਉਸੇ ਧੂਮਲ ਨੂੰ ਜੇਪੀ ਨੱਡਾ ਗਰੁੱਪ ਨੇ ਬਿਲਕੁਲ ਸਾਈਡਲਾਈਨ ਕੀਤਾ ਹੈ। ਤੇ ਦੇਖੋ ਮਤਲਬ ਅੱਛਾ, ਇਹਨਾਂ ਸਭ ਗੱਲਾਂ ਵਿੱਚ ਨਾ ਇੱਕ ਚੀਜ਼ ਯਾਦ ਆਉਂਦੀ ਹੈ ਤੁਹਾਨੂੰ, ਇਹ ਲਾਲ ਕ੍ਰਿਸ਼ਨ ਅਡਵਾਨੀ ਦਾ ਜਿਹੜਾ ਮਤਲਬ ਜਿਹੜੀ ਚਿੰਤਾ ਸੀਗੀ 2008, 9, 10 ਵਿੱਚ ਅਸੀਂ ਸੁਣਦੇ ਸੀ ਕਿ ਬੀਜੇਪੀ ਦਾ ਕਾਂਗਰਸੀਕਰਨ ਹੋ ਗਿਆ, ਹੁਣ ਸਾਫ਼ ਨਜ਼ਰ ਆਉਂਦਾ ਨਾ ਜਦ ਆਪਾਂ ਗੱਲ ਕਰਨੇ ਆ ਰਿਬੇਲੀਅਨਸ ਦੀ। ਤੇ ਦੇਖੋ ਕਾਂਗਰਸ ਦਾ ਤੇ ਅਸੀਂ ਜਾਣਦੇ ਹਾਂ ਕਿ ਕਲਚਰ ਹੈ, ਜਦ ਵੀ ਕਾਂਗਰਸ ਦੇ ਟਿਕਟ ਮਿਲਦੇ ਨੇ ਸਾਨੂੰ ਪਤਾ ਹੁੰਦਾ ਹੈ ਕਿ ਵੀ ਰਿਬੇਲੀਅਨ ਹੋਏਗੀ, ਲੋਕੀ ਆਪਸ ਵਿੱਚ ਮਤਲਬ ਮਾਰਕੁੱਟ ਵੀ ਹੁੰਦੀ ਰਹੀ ਹੈ ਕਾਂਗਰਸ ਦੇ ਖੇਮਿਆਂ ਵਿੱਚ, ਅਲੱਗ-ਅਲੱਗ ਸਟੇਟਸ ਵਿੱਚ, ਬਾਕੀ ਚੀਜ਼ਾਂ ਵੀ ਹੁੰਦੀਆਂ। ਪਰ ਬੀਜੇਪੀ ਤੇ ਆਪਣੇ ਆਪ ਨੂੰ ਬੜੀ ਇੱਕ ਉਹ ਦੱਸਦੀ ਸੀ ਨਾ ਕਿ ਅਸੀਂ ਤੇ ਉਹ ਪਾਰਟੀ ਹੈਗੇ ਆ, ਮਤਲਬ ਡਿਸਪਲਿਨ ਪਾਰਟੀ ਹੈਗੇ। ਪਰ ਹੁਣ ਉਹੀ ਕਾਂਗਰਸੀਕਰਨ ਜਿਹੜਾ ਅਡਵਾਨੀ ਜੀ ਕਹਿੰਦੇ ਸੀ ਕਿ ਵੀ ਬੀਜੇਪੀ ਨੂੰ ਤਬਾਹ ਕਰੇਗਾ, ਉਹੀ ਚੀਜ਼ ਨਜ਼ਰ ਆ ਰਹੀ ਜੀ। ਇੱਕ ਵਿਅੰਗ ਦੇ ਵਿੱਚ ਸਵਾਲ ਹੈ ਰਾਜੀਵ, ਕਈ ਲੋਕ ਕਾਂਗਰਸ ਦੇ ਵਿੱਚ ਜਿਹੜਾ ਡਿਫਰੈਂਟ ਤਰ੍ਹਾਂ ਦੇ ਵਿਚਾਰ ਨੇ ਜਾਂ ਫੁੱਟ ਨੇ, ਇਹਨੂੰ ਪੋਜ਼ਿਟਿਵ ਵੀ ਸਮਝਦੇ ਵੀ ਦੇਖੋ ਸਾਡੀ ਪਾਰਟੀ 'ਚ ਲੋਕਤੰਤਰ ਹੈ ਤੇ ਇਹਦੇ ਵਿੱਚ ਡਿਫਰੈਂਟ ਤਰ੍ਹਾਂ ਦੇ ਵਿਚਾਰ ਨੇ। ਦੂਜੇ ਪਾਸੇ ਜਿਹੜਾ ਅਡਵਾਨੀ ਜੀ ਦੀ ਸਟੇਟਮੈਂਟ ਸੀ ਕਿ ਕਾਂਗਰਸੀਕਰਨ ਹੋ ਗਿਆ ਬੀਜੇਪੀ ਦਾ, ਕਿਤੇ ਫਿਰ ਬੀਜੇਪੀ ਤਾਂ ਨਹੀਂ ਉਦਾਰਵਾਦ ਵੱਲ ਜਾਂ ਅੰਦਰੂਨੀ ਜਮਹੂਰੀਅਤ ਵੱਲ ਵੱਧ ਰਹੀ ਜੀ? ਹੈਲੋ ਹਾਂ ਸ਼ਵਿੰਦਰ, ਕੱਟ ਗਿਆ ਸੀ। ਹਾਂਜੀ, ਤੁਹਾਨੂੰ ਮੇਰਾ ਸਵਾਲ ਸਮਝ ਆਇਆ ਸੀ? ਦੁਬਾਰਾ ਨਹੀਂ, ਦੁਬਾਰਾ ਰਿਪੀਟ ਕਰੋ, ਇਹ ਕੱਟ ਗਿਆ ਸੀ ਜੀ। ਮੈਂ ਕਹਿ ਰਿਹਾ ਸੀਗਾ ਕਿ ਜਿਵੇਂ ਕਾਂਗਰਸ ਦੇ ਵਿੱਚ ਜਿਹੜੇ ਬਾਗੀਪੁਣਾ ਹੈਗਾ ਇੰਨਾ, ਮਤਲਬ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਨੇ, ਉਹਨੂੰ ਵੀ ਕਾਂਗਰਸ ਪਾਰਟੀ ਉਹਨੂੰ ਕਈ ਵਾਰ ਪੋਜ਼ਿਟਿਵ ਵੀ ਦੇਖਦੀ ਹੈ ਵੀ ਦੇਖੋ ਸਾਡੇ ਤਾਂ ਪਾਰਟੀ ਵਿੱਚ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਹੈ, ਡਿਫਰੈਂਟ ਤਰ੍ਹਾਂ ਦੇ ਵਿਚਾਰ ਆ, ਇਹੀ ਸਾਡੀ ਪਾਰਟੀ ਦੀ ਖੂਬਸੂਰਤੀ ਹੈ, ਸਾਡੇ ਪਾਰਟੀ ਦਾ ਲੋਕਤੰਤਰ ਹੈ। ਹੁਣ ਜਿਵੇਂ ਅਡਵਾਨੀ ਜੀ ਨੇ ਕਿਸੇ ਸਮੇਂ ਕਿਹਾ ਸੀਗਾ ਵੀ ਇਹ ਪਾਰਟੀ ਦਾ ਕਾਂਗਰਸੀਕਰਨ ਹੋ ਗਿਆ, ਕਿਤੇ ਇਹ ਤਾਂ ਨਹੀਂ ਮੈਂ ਵਿਅੰਗ 'ਚ ਪੁੱਛ ਰਿਹਾ ਵੀ ਜਿਹੜੀ ਬੀਜੇਪੀ ਹੈ, ਬੀਜੇਪੀ ਵੀ ਅੰਦਰੂਨੀ ਡੈਮੋਕ੍ਰੇਸੀ ਵੱਲ ਵੱਧ ਰਹੀ ਹੈ? ਨਾ ਸ਼ਵਿੰਦਰ, ਹਿਮਾਚਲ ਜਦ ਮੈਂ ਕਈ ਲੀਡਰਾਂ ਨਾਲ ਗੱਲ ਕਰ ਚੁੱਕਿਆ
ਜੀ ਤੇ ਜਿਹੜੇ ਕਿ ਮਤਲਬ ਮੈਂ ਕਹਾਂ ਕਿ ਸ਼ਾਂਤਾ ਕੁਮਾਰ ਦੇ ਟਾਈਮ ਵਿੱਚ ਮਿਨਿਸਟਰ ਤਾਂ ਹੀ ਰਹੇ ਨੇ ਜਾਂ ਸੀਨੀਅਰ ਅਹੁਦਿਆਂ ਤੇ ਰਹੇ, ਉਹ ਇਹੀ ਚੀਜ਼ ਕਹਿੰਦੇ ਨੇ ਕਿ ਬੀਜੇਪੀ, ਕਿਉਂਕਿ ਉਹ ਲੋਕੀ ਉਹ ਸੀਗੇ ਜਿਨ੍ਹਾਂ ਨੇ, ਉਹ ਮੈਂ ਬਾਰ-ਬਾਰ ਆ ਰਿਹਾ ਉਸ ਚੀਜ਼ ਤੇ, ਪਾਲਮਪੁਰ ਰੈਜ਼ੋਲੂਸ਼ਨ ਵਿੱਚ ਪਾਰਟਿਸਿਪੇਟ ਕੀਤਾ ਸੀ ਜੀ, ਇਹ ਉਹ ਲੋਕੀ ਨੇ, ਤੇ ਇਹਨਾਂ ਨੇ ਪਾਰਟੀ ਦੀ ਗਰੋਥ ਦੇਖੀ ਹੈ। 2 ਸੀਟਾਂ ਪਾਰਲੀਮੈਂਟ ਹੋਣ ਤੋਂ ਬਾਅਦ ਅੱਜ ਐਬਸੋਲੂਟ ਮੈਜੋਰਿਟੀ ਹੈਗੀ। ਉਹਨਾਂ ਦਾ ਸਭ ਦਾ ਇੱਕੋ ਕੰਪਲੇਂਟ ਹੈਗੀ ਕਿ ਮੋਦੀ ਸ਼ਾਹ ਦੇ ਰਜੀਮ ਵਿੱਚ ਜਿਹੜੀ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਸੀ, ਉਹ ਕਹਿੰਦੇ ਨੇ ਕਿ ਬਈ ਪਾਰਟੀ ਵਿੱਚ ਇੰਟਰਨਲ ਡੈਮੋਕ੍ਰੇਸੀ ਹੁੰਦੀ ਸੀ ਇੱਕ ਟਾਈਮ ਬੀਜੇਪੀ, ਕਿਉਂਕਿ ਕਾਡਰ ਬੇਸ ਪਾਰਟੀ ਸੀ, ਕਾਡਰ ਦਾ ਸੁਣਿਆ ਜਾਂਦਾ ਸੀ ਕਾਡਰ, ਪਰ ਉਹ ਮੋਦੀ ਸ਼ਾਹ ਦੇ ਟਾਈਮ ਵਿੱਚ ਬਿਲਕੁਲ ਖਤਮ ਹੋ, ਉਹ ਉਹਨਾਂ ਦਾ ਕਹਿਣਾ ਹੈ। तो मतलब और ਅਸੀਂ ਦੇਖੀਏ ਨਾ, ਮਤਲਬ ਕਿ ਥੋੜਾ ਜਿਹਾ ਮੈਂ ਕਿਨਾਰੇ ਜਾਣਾ, ਗੁਜਰਾਤ ਵੱਲ ਜਾਣਾ, ਤੁਹਾਨੂੰ ਪਤਾ ਕਿ ਉੱਥੇ ਟਿਕਟਾਂ ਅਨਾਉਂਸ ਹੋਈਆਂ ਤੇ ਟਿਕਟਾਂ ਤੋਂ 2 ਦਿਨ ਪਹਿਲਾਂ ਇੱਕ ਮਤਲਬ ਰਿਟਰਨ ਉਹ ਚੀਜ਼ ਰਿਟਰਨ ਇਹਨਾਂ ਨੇ ਡੈਮੋਨਸਟ੍ਰੇਟ ਕੀਤਾ ਕਿ ਕਈ ਕੈਂਡੀਡੇਟਸ ਨੇ ਰਿਟਰਨ ਨਹੀਂ ਦਿੱਤਾ ਕਿ ਸਾਨੂੰ ਟਿਕਟ ਨਹੀਂ ਚਾਹੀਦੀ। ਹੁਣ ਮੈਨੂੰ ਦੱਸੋ ਇੰਡੀਅਨ ਡੈਮੋਕ੍ਰੇਸੀ ਦੇ ਹਿਸਟਰੀ ਵਿੱਚ ਕਦ ਤੋਂ ਇਹ ਹੋਇਆ ਕਿ ਟਿਕਟਾਂ ਮਿਲਣੀਆਂ ਨੇ ਤੇ ਉਸ ਤੋਂ ਪਹਿਲਾਂ ਇੱਕ ਸੀਨੀਅਰ ਲੀਡਰਸ਼ਿਪ ਕਰੀ ਕਿ ਸਾਨੂੰ ਟਿਕਟਾਂ ਹੀ ਨਹੀਂ ਚਾਹੀਦੀਆਂ? ਆਪਣੇ ਆਪ ਵਿੱਚ ਬੜਾ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਤੇ ਲੋਕਾਂ ਨੂੰ ਮਤਲਬ ਕਿ ਮਤਲਬ ਇਹ ਬੜਾ ਹਾਸਾ ਵੀ ਆਉਂਦਾ ਹੈ ਦੇਖ ਕੇ ਕਿ ਕਿਦਾਂ ਦੀ ਗੱਲਾਂ ਕਰਦੇ ਨੇ ਜਾਂ ਕੀ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਸ ਕੰਟੈਕਸਟ ਵਿੱਚ ਮਤਲਬ ਦੇਖੋ ਦੋਵੇਂ ਪਾਰਟੀ ਕਾਂਗਰਸ ਵਿੱਚ ਡੈਫੀਨਿਟਲੀ ਮਤਲਬ ਕਾਂਗਰਸ ਦਾ ਮੈਂ ਇੱਕ ਤਰੀਕੇ ਨਾਲ ਇਸ ਚੀਜ਼ ਨੂੰ ਅਗਰੀ ਕਰਨਾ ਕਿ ਉਹਨਾਂ ਦੀ ਡੈਮੋਕ੍ਰੇਸੀ ਕੋਈ ਦੂਜੇ ਹੀ ਐਕਸਟ੍ਰੀਮ ਤੇ ਚਲੀ ਜਾਂਦੀ ਹੈ, ਝਗੜੇ ਹੁੰਦੇ ਨੇ, ਰਿਬੈਲੀਅਨਸ ਹੁੰਦੀਆਂ ਨੇ, ਪਾਰਟੀਆਂ ਬਦਲਦੇ ਆ ਉਹਨਾਂ ਦੇ ਨੇਤਾਵਾਂ ਨੇ, ਪਰ ਇਹ ਕਾਂਗਰਸ ਕਲਚਰ ਅਸੀਂ ਕਹਿੰਦੇ ਸੀ ਇਹਨੂੰ। ਪਰ ਬੀਜੇਪੀ ਜਿਹੜੀ ਕਿ ਡਿਸਪਲਿਨਡ ਪਾਰਟੀ ਸੀ, ਇੰਟਰਨਲੀ ਠੀਕ ਹੈ ਜੋ ਵੀ ਹੁੰਦਾ ਸੀ, ਘੱਟੋ ਘੱਟ ਇਹ ਚੀਜ਼ਾਂ ਬਾਹਰ ਨਹੀਂ ਆਉਂਦੀਆਂ, ਉਹਨੇ ਚੀਜ਼ਾਂ ਬਾਹਰ ਆ ਰਹੀਆਂ, ਇਹ ਫਰਕ ਹੈ। ਹੁਣ ਥੋੜਾ ਜਿਹਾ ਆਪਾਂ ਫਿਰ ਆਉਂਦੇ ਆ ਰਾਜੀਵ, ਇਸ ਵਾਰ ਜਿਹੜੇ ਹੈਗੇ ਆ ਜਿਵੇਂ ਜਿਵੇਂ ਮੁੱਦਿਆਂ ਦੇ ਉੱਤੇ ਆਉਂਦੇ ਆ ਥੋੜਾ ਜਿਹਾ, ਕਿਉਂਕਿ ਬੀਜੇਪੀ ਨੇ ਪਹਿਲਾਂ ਕੋਸ਼ਿਸ਼ ਕੀਤੀ ਸੈਂਸਿਟਿਵ ਮੁੱਦੇ ਖੜੇ ਕਰਨ ਦੀ ਆਪਣੇ ਚੋਣ ਪ੍ਰਚਾਰ ਦੌਰਾਨ ਜਾਂ ਲੋਕਲ ਲੈਵਲ ਤੇ ਉੱਤੇ, ਲੇਕਿਨ ਕਾਂਗਰਸ ਪਾਰਟੀ ਨੇ 올ਡ ਪੈਨਸ਼ਨ ਸਕੀਮ ਵਾਲਾ ਮੁੱਦਾ ਚੁੱਕਿਆ। ਫਿਰ ਉਰੇ ਕੁਝ ਪੂਰੇ ਜਿਹੜਾ ਹੈਗਾ ਵਿਪਕਸ਼ ਹੈ, ਵਿਰੋਧੀ ਧਿਰਾਂ ਹੈਗੀਆਂ, ਚਾਹੇ ਉਹਦੇ ਵਿੱਚ ਥੋੜਾ ਜਿਹਾ ਆਮ ਆਦਮੀ ਪਾਰਟੀ ਚਾਹੇ ਸਟਰਗਲ ਕਰ ਰਹੀ ਹੈ ਜਾਂ 11 ਸੀਟਾਂ ਤੇ ਖੱਬਾ ਫਰੰਟ ਹੈ, ਉਹਨਾਂ ਨੇ ਲੋਕਲ ਇਸ਼ੂ ਨੂੰ ਆਧਾਰ ਬਣਾਇਆ। ਮੇਰਾ ਹੁਣ ਇਹੀ ਸਵਾਲ ਹੈਗਾ ਕਿ 올ਡ ਪੈਨਸ਼ਨ ਸਕੀਮ ਕਾਂਗਰਸ ਨੂੰ ਕਿੰਨਾ ਫਾਇਦਾ ਦੇਗੀ ਤੇ ਉਰੇ ਜਿਹੜੇ ਮੁੱਦਿਆਂ ਦੀ ਸਿਆਸਤ ਰਹੀ ਹੈ ਉਹ ਕਿਵੇਂ ਪੂਰੇ ਭਾਰਤ ਨਾਲੋਂ ਡਿਫਰੈਂਟ ਨਜ਼ਰ ਆ ਰਹੀ ਹੈ ਤੁਹਾਨੂੰ? ਦੇਖੋ ਸ਼ਵਿੰਦਰ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬੀਜੇਪੀ ਨੂੰ ਵੀ ਇਸ ਚੋਣਾਂ ਵਿੱਚ ਅਲਟੀਮੇਟਲੀ ਰੀਅਲ ਇਸ਼ੂਜ਼ ਤੇ ਆਣਾ ਪਿਆ। ਇਹਨਾਂ ਨੇ ਆਪਣਾ ਜਿਹੜਾ ਮੈਨੀਫੈਸਟੋ ਕੱਢਿਆ ਉਹਦੇ ਵਿੱਚ 2 ਪੁਆਇੰਟ ਸੀਗੇ, ਇੱਕ ਸੀਗਾ ਯੂਨੀਫਾਰਮ ਸਿਵਲ ਕੋਡ, ਠੀਕ ਹੈ, ਤੇ ਲੋਕਾਂ ਦਾ ਪਹਿਲਾ ਸਵਾਲ ਸੀ ਕਿ ਇਹਦੀ ਲੋੜ ਕੀ ਹੈਗੀ ਉਰੇ, ਜਿੱਥੇ ਕਿ ਹਾਰਡਲੀ 4 ਤੋਂ ਵੀ ਘੱਟ % ਮਾਈਨੋਰਿਟੀਜ਼ ਹੈਗੀਆਂ ਨੇ। ਤੇ ਫਿਰ ਕੁਝ ਇਹਨਾਂ ਦੇ ਜਿਹੜੇ ਉਹ ਹੈਗੇ, ਮੈਂ ਕਹਾਂਗਾ ਇਹਨਾਂ ਦੇ ਜਿਹੜੇ ਅਪੋਲੋਜਿਸਟ ਹੈਗੇ, ਉਹ ਇਹ ਕਹਿੰਦੇ ਸੀ ਕਿ ਵੀ ਇਹ ਬੀਜੇਪੀ ਦਾ ਕਿਉਂਕਿ ਇੱਕ ਨੈਸ਼ਨਲ ਉਹ ਹੈਗਾ ਤੇ ਇੱਥੇ ਵੀ ਚੁੱਕਿਆ ਇਹਨਾਂ ਨੇ। ਲੋਕਾਂ ਨੇ ਫਿਰ ਵੀ ਸਵਾਲ ਉੱਠਿਆ ਕਿ ਤੁਹਾਨੂੰ ਇਹ ਮੁੱਦਾ ਲਿਆਉਣ ਦੀ ਇੱਥੇ ਕੀ ਲੋੜ ਸੀ? ਫਿਰ ਇਹ ਕਿਹਾ ਗਿਆ ਕਿ ਵੀ ਕਿਉਂਕਿ ਇੱਥੇ ਮਾਈਨੋਰਿਟੀਜ਼ ਹੈ ਹੀ ਨਹੀਂ ਤੇ ਸ਼ਾਇਦ ਇਸ ਕਰਕੇ ਮੁੱਦਾ ਨਹੀਂ ਬਣਿਆ। ਪਰ ਜਦ ਮਾਈਨੋਰਿਟੀਜ਼ ਹੈ ਹੀ ਨਹੀਂ ਫਿਰ ਵੀ ਤੁਸੀਂ ਮੈਜੋਰਿਟੀ ਵਿੱਚ ਇਹ ਮੁੱਦਾ ਕਿਉਂ ਲਿਆ? ਮਤਲਬ ਕਿ ਤੁਸੀਂ ਇੱਕ ਰਿਗਰੈਸਿਵ ਮੁੱਦਾ ਜਿਹਨੂੰ ਕਹੋਗੇ ਉਹ ਕਿਉਂ ਲੈ ਕੇ? ਫਿਰ ਤੁਸੀਂ ਗੱਲ ਕੀਤੀ ਵਕਫ ਬੋਰਡ ਦੀ ਪ੍ਰਾਪਰਟੀ ਤੇ ਸਰਵੇ ਦੀ, ਠੀਕ ਹੈ, ਉਹ ਕੰਟਰੋਵਰਸ਼ੀਅਲ ਇਸ਼ੂ ਹੈਗਾ, ਜ਼ਮੀਨਾਂ ਦਾ ਕਬਜ਼ਾ ਹੋਇਆ ਹੈ, ਪ੍ਰਾਪਰਟੀ ਦਾ ਹੋਇਆ, ਉਹ ਇੱਕ ਵੱਖਰੀ ਗੱਲ, ਪਰ ਇਹ ਮੁੱਦੇ ਚੱਲੇ ਨਹੀਂ। ਦੇਖੋ 올ਡ ਪੈਨਸ਼ਨ ਸਕੀਮ ਦੀ ਜਦ ਅਸੀਂ ਗੱਲ ਕਰੀਏ ਕਿ ਇੱਥੇ ਜਿਹੜਾ ਪਹਾੜੀ ਦਾ ਸੂਬਾ ਹੈਗਾ, ਇੱਥੇ ਇੰਡਸਟਰੀ ਨਹੀਂ ਹੈਗੀ, ਇਹ ਉਹ ਸੂਬਾ ਹੈ ਜਿੱਥੇ ਅਲਟੀਮੇਟਲੀ ਸਭ ਨੂੰ ਪਤਾ ਹੈ ਕਿ ਸਰਕਾਰ ਨੂੰ ਇਨਵੈਸਟ ਕਰਨਾ ਪੈਂਦਾ ਹੈ, ਪਰ ਉਹਦਾ ਰਿਜ਼ਲਟ ਵੀ ਚੰਗਾ ਮਿਲਿਆ। ਜੇ ਤੁਸੀਂ ਹਿਸਟਰੀ ਵਿੱਚ ਜਾਓ ਤੇ ਹਿਮਾਚਲ ਅੱਜ ਜਿੰਨੇ ਹੀ ਸੋਸ਼ਲ ਇੰਡੈਕਸ ਹੈਗੇ ਉਸ ਤੋਂ ਕਈ ਸਟੇਟਸ ਤੋਂ ਉੱਤੇ ਹੈਗਾ। ਲੋਕੀ ਇੱਥੇ ਹੱਸ ਰਹੇ ਸੀ ਕਿ ਜਦ ਯੋਗੀ ਆਦਿੱਤਿਆਨਾਥ ਕਹਿ ਰਹੇ ਸੀ ਕਿ ਅਸੀਂ ਯੂਪੀ ਮਾਡਲ ਲਾਗੂ ਕਰਾਂਗੇ, ਤੇ ਲੋਕੀ ਹੱਸ ਰਹੇ ਸੀ ਕਿ ਯੂਪੀ ਮਾਡਲ ਖੜਦਾ ਕਿੱਥੇ ਹਿਮਾਚਲ ਅੱਗੇ, ਠੀਕ ਹੈ ਨਾ। ਤੇ ਉਹ ਮਤਲਬ ਕਿ ਗਵਰਨਮੈਂਟ ਨੇ ਇਨਵੈਸਟ ਕੀਤਾ, ਸਰਕਾਰਾਂ ਨੇ ਇਨਵੈਸਟ ਕੀਤਾ, ਤੇ ਉਹਦਾ ਰਿਜ਼ਲਟ ਵੀ ਤੇ ਹੈ ਨਾ ਸਾਹਮਣੇ। ਕਮੀਆਂ ਵੀ ਹੈਗੀਆਂ, ਰਿਜ਼ਲਟਸ ਵੀ ਹੈਗੇ। ਅੱਜ ਲਿਟਰੇਸੀ ਦੇਖੋ ਹਿਮਾਚਲ ਵਿੱਚ ਬੜੀ ਹਾਈ ਹੈਗੀ, ਲੋਕੀ ਅਵੇਅਰ ਹੈਗੇ, ਇਮਾਨਦਾਰੀ, ਮਿਹਨਤ, ਅੱਜ ਦੋਵੇਂ ਚੀਜ਼ਾਂ ਇੱਥੇ ਹੈਗੀਆਂ। ਤੇ 올ਡ ਪੈਨਸ਼ਨ ਸਕੀਮ ਦੀ ਜਦ ਅਸੀਂ ਗੱਲ ਕਰੀਏ ਉਹਦੇ ਵਿੱਚ ਹਾਂ ਬੀਜੇਪੀ ਦਾ ਇੱਕ ਬੜਾ ਮਤਲਬ ਲੌਜੀਕਲ ਮੈਂ ਕਹਾਂਗਾ ਕਾਊਂਟਰ ਸੀਗਾ। ਕਾਂਗਰਸ ਜਦ ਪਹਿਲੋਂ ਇੱਕ ਤੇ ਕਾਂਗਰਸ ਦੇ ਟਾਈਮ 'ਚ ਖਤਮ ਹੋਈ ਸੀ 올ਡ ਪੈਨਸ਼ਨ ਸਕੀਮ, ਦੂਜੀ ਚੀਜ਼ ਜਦ ਕਾਂਗਰਸ 2012 ਤੋਂ 17 ਵੀ ਤੇ ਸੀ ਨਾ ਪਾਵਰ ਵਿੱਚ ਸੀਗੀ, ਤਾਂ ਕਿਉਂ ਨਹੀਂ ਲਾਗੂ ਕੀਤਾ? ਉਹਦਾ ਕੋਈ ਜਵਾਬ ਨਹੀਂ ਹੈ ਕਾਂਗਰਸ ਕੋਲ। ਮਤਲਬ ਕਿ ਹੁਣ ਐਤਕੀ ਮੁੱਦਾ ਬਣ ਗਿਆ, ਜਾਂ ਇਹ ਕਹੋ ਕਿ ਬਈ ਮੈਂ ਕੱਲ ਇੱਕ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਜਦ ਅਸੀਂ ਇਹ ਮਨਮੋਹਨ ਸਿੰਘ ਦਾ ਮਾਡਲ ਆਇਆ ਸੀ
1991 ਵਿੱਚ। ਤਾਂ ਅਸੀਂ ਸਟੂਡੈਂਟਸ ਹੁੰਦੇ ਸੀ ਯੂਨੀਵਰਸਿਟੀ ਵਿੱਚ, ਤੇ ਅਸੀਂ ਕਈ ਵਾਰੀ ਡਿਬੇਟਸ ਵਗੈਰਾ 'ਚ ਪਾਰਟਿਸਿਪੇਟ ਕਰਦੇ ਸੀ, ਲੋਕਾਂ ਨੂੰ ਸੁਣਦੇ ਸੀ। ਤਾਂ ਬੜੇ ਜਿਹੜੇ ਮਤਲਬ ਇੰਟੈਲੈਕਚੁਅਲ ਵਰਕ ਸੀਗਾ ਉਸ ਟਾਈਮ ਦਾ, ਉਹ ਇਹ ਕਹਿੰਦਾ ਸੀ ਕਿ ਇਸ ਮਾਡਲ ਦੀ ਲਾਈਫ ਜਿਹੜੀ ਹੈ ਨਾ 30 ਸਾਲ ਹੈਗੀ, 30 ਸਾਲ ਬਾਅਦ ਲੋਕਾਂ ਨੂੰ ਇਹਦੇ ਵਿੱਚੋਂ ਮਤਲਬ ਲੋਕੀ ਨਿਕਲਣਾ ਚਾਹਣਗੇ। ਹੁਣ ਅੱਜ 30 ਸਾਲ ਹੋਏ 91 ਤੋਂ ਬਾਅਦ, ਤੇ ਲੋਕੀ ਉਸ ਮਾਡਲ ਦੀ ਕਮੀਆਂ ਹੁਣ ਭੁਗਤ ਰਹੇ। ਤੇ ਜਦ ਅਸੀਂ ਓਪੀਐਸ ਦੀ ਗੱਲ ਕਰਨੇ ਆ, 2 ਲੱਖ ਤੋਂ ਉੱਤੇ ਇੰਪਲੋਈ ਹੈਗਾ, 2.5 ਲੱਖ ਦੇ ਕਰੀਬ ਹੈਗਾ ਸਰਕਾਰੀ ਇੰਪਲੋਈ। ਹੁਣ ਉਹ ਓਲਡ ਪੈਨਸ਼ਨ ਸਕੀਮ ਕਿਉਂ ਮੰਗ ਰਿਹਾ? ਸਭ ਤੋਂ ਵੱਡੀ ਸਵਾਲ ਹੈ ਨਾ ਕਿ ਕਿਉਂ ਮੰਗ ਰਿਹਾ? ਕਿਉਂਕਿ ਭਈ ਸੋਸ਼ਲ ਸਿਕਿਉਰਿਟੀਜ਼ ਖਤਮ ਹੋ ਗਈਆਂ ਨੇ ਪਿਛਲੇ 30 ਸਾਲਾਂ 'ਚ। ਅੱਛਾ, ਜਦ ਆਪਾਂ ਗੱਲ ਕਰਨੇ ਆ ਐਮਪਲੋਇਮੈਂਟ ਦੀ, ਮੈਂ ਬਾਰ-ਬਾਰ ਹਰ ਡਿਬੇਟ ਤੇ ਇਹੀ ਗੱਲ ਕਹਿ ਰਿਹਾ ਕਿ ਦੇਖੋ, ਇੱਕ ਤੇ ਹੁੰਦਾ ਸਰਕਾਰਾਂ ਮਤਲਬ ਐਲੀਗੇਸ਼ਨ ਲਾਉਂਦੀਆਂ ਨੇ ਕਿ ਵੀ ਨੌਕਰੀ ਨਹੀਂ ਹੈਗੀ, ਦੂਜੀ ਕਹਿੰਦੀ ਹੈ ਕਿ ਅਸੀਂ ਨੌਕਰੀ ਦਿੱਤੀ। ਠੀਕ ਹੈ, ਪਰ ਕਿਹੜੀ ਨੌਕਰੀ ਦਿੱਤੀ ਤੁਸੀਂ? ਕਿਸੇ ਨੂੰ 7,500 8,000 ਰੁਪਏ ਮਹੀਨੇ ਦੀ ਤਨਖਾਹ ਮਿਲ ਰਹੀ ਹੈ, ਉਹਨੂੰ ਤੁਸੀਂ ਨੌਕਰੀ ਕਹੋਗੇ ਅੱਜ ਦੇ ਦੌਰ ਵਿੱਚ? ਇਹ ਮਤਲਬ ਸਰਕਾਰਾਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ 8,000 ਰੁਪਏ ਵਿੱਚ, ਜਦ ਇੱਕ ਗੈਸ ਸਿਲੰਡਰ 1130 ਰੁਪਏ ਦਾ ਹਿਮਾਚਲ ਵਿੱਚ ਮਿਲ ਰਿਹਾ ਹੈ, ਕਿ ਉਹ ਬੰਦਾ ਆਪਣਾ ਪਰਿਵਾਰ ਚਲਾ ਸਕਦਾ ਹੈ? ਕਿ ਉਹ ਅੰਡਰ ਐਮਪਲੋਇਮੈਂਟ ਜਿਹੜੀ ਹੈ ਨਾ, ਉਹਦੀ ਗੱਲ ਨਹੀਂ ਕਰਨਗੇ। ਹੁਣ ਜਦਕਿ ਮਤਲਬ ਐਤਕੀ ਵੀ ਪੂਰੇ ਜਿਹੜੇ ਬੀਜੇਪੀ ਦੇ ਫੁੱਟ ਸੋਲਜਰ ਸੀਗੇ, ਉਹ ਬਾਰ-ਬਾਰ ਉਹ ਚੀਜ਼ ਯਾਦ ਕਰਾ ਰਹੇ ਸੀ ਕਿ ਮੋਦੀ ਜੀ ਨੇ ਜੀ ਭਾਰਤ ਨੂੰ ਇੱਕ ਮਤਲਬ ਹਿਮਾਚਲ ਨੂੰ ਇੱਕ ਬਲਕ ਡਰੱਗ ਪਾਰਕ ਦਿੱਤਾ ਹੈ। ਚਾਹੇ ਉਹ ਬਲਕ ਡਰੱਗ ਪਾਰਕ ਹੋਏ, ਚਾਹੇ ਉਹ ਬੱਦੀ ਬਰੋਟੀ ਨਾਲਾ ਵਾਲੇ ਦਾ ਇੰਡਸਟਰੀਅਲ ਏਰੀਆ ਹੋਏ, ਤੇ ਤੁਸੀਂ ਜਾ ਕੇ ਉੱਥੇ ਦੇਖੋ ਤੇ ਪੁੱਛੋ ਕਿ ਵੇਜਿਸ ਕੀ ਹੈਗੇ ਲੋਕਾਂ ਦੇ, 8,000 10,000। ਹੁਣ ਦੂਜੇ ਪਾਸੇ ਜਦ ਤੁਸੀਂ ਦੇਖੋ ਕਿ ਪੂਰੇ, ਮੈਂ ਬਥੇਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਆਪਣੀ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਇੰਜੀਨੀਅਰਿੰਗ ਪੜ੍ਹਾਈ ਜਾਂ ਬਾਕੀ ਪ੍ਰੋਫੈਸ਼ਨਲ ਕੋਰਸ ਕਰਾਏ। ਦੇਖੋ, ਉਰੇ ਲੋਕੀ ਇੱਕ ਚੀਜ਼ ਜਾਣਦੇ ਨੇ ਕਿ ਐਜੂਕੇਸ਼ਨ ਵਿੱਚ ਇਨਵੈਸਟ ਕਰਨਾ ਚੰਗਾ ਹੈਗਾ, ਪਰ ਉਹਦਾ ਰਿਟਰਨ ਨਹੀਂ ਨਾ ਮਿਲ ਰਿਹਾ। ਲੋਕਾਂ 'ਚ ਉਹੀ ਗੁੱਸਾ ਹੈ। ਹੁਣ ਕੱਲ ਵੀ ਮੈਂ ਫਿਰ ਰਿਹਾ ਸੀ ਜਦ ਬੂਥ ਟੂ ਬੂਥ ਆਪਣੇ ਸ਼ਹਿਰ ਵਿੱਚ, ਤੇ ਮਤਲਬ ਇੱਕ ਅੱਛੀ ਚੀਜ਼ ਇਹ ਸੀਗੀ, ਬੂਥ ਤੇ ਬਾਹਰ ਖੜ ਕੇ ਲੋਕੀ ਇਹ ਗੱਲਾਂ ਕਰ ਰਹੇ ਸੀ। ਮਤਲਬ ਇੱਕ ਲੇਡੀ ਮੈਨੂੰ ਮਿਲੀ, ਉਹ ਕਹਿ ਰਹੀ ਸੀ, ਕਹਿੰਦੀ ਮੇਰੀ ਨੂੰਹ ਹੈਗੀ, ਹੁਣ ਉਹ ਡਬਲ MA ਹੈਗੀ, PhD ਕੀਤੀ ਹੋਈ ਹੈ, ਕਹਿੰਦੀ ਉਹ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਉਹਨੂੰ ਮਿਲੀ ਜਾ ਕੇ। ਤੇ ਪ੍ਰਾਈਵੇਟ ਸਕੂਲਾਂ ਦੇ ਅਸੀਂ ਹਾਲ ਜਾਣਦੇ ਹਾਂ, ਉੱਥੇ ਕਾਗਜ਼ਾਂ 'ਚ ਤੁਹਾਡੇ ਕੋਲੋਂ ਸਾਈਨ ਕਰਾ 12,000 ਸੈਲਰੀ ਤੇ ਹੱਥ ਵਿੱਚ ਦਿੰਦੇ ਨੇ 3,500 4,000। ਤੇ ਇਹ ਜਿਹੜਾ ਹੈ ਨਾ ਮੇਨ ਮੁੱਦਾ ਇਹ ਹੈਗਾ ਲੋਕਾਂ ਦੇ ਵਿੱਚ, ਤੇ ਉਹ ਗੁੱਸਾ ਵੀ ਉਹੀ ਹੈ ਕਿ ਤੁਸੀਂ ਕਲੇਮ ਕਰਦੇ ਹੋ ਵੱਡੀਆਂ ਇੰਨੀਆਂ ਹਜ਼ਾਰ ਨੌਕਰੀਆਂ ਦੇ ਦਿੱਤੀਆਂ। ਹੁਣ ਜਿਸ ਤਰੀਕੇ ਬੀਜੇਪੀ ਦਾ ਮਤਲਬ ਲੋਕੀ ਇੱਕ ਮਤਲਬ ਕਿ ਚੋਣਾਂ ਜਿਹੜੀਆਂ ਹੁੰਦੀਆਂ ਨੇ, ਉਹ ਮੌਕਾ ਵੀ ਹੁੰਦਾ ਨਾ ਲੋਕਾਂ ਦੇ ਆਪਸ ਵਿੱਚ ਹਸੀ ਮਜ਼ਾਕ ਦਾ ਵੀ। ਹਿਮਾਚਲ ਵਿੱਚ ਬੜੀ ਚੰਗੀ ਗੱਲ ਹੈਗੀ, ਤੁਹਾਨੂੰ ਦਿਨੇ 2 ਗੁੱਟ ਦਿਖਣਗੇ ਇੱਕ ਦੂਜੇ ਦੇ ਅਗੇਂਸਟ ਕੈਂਪੇਨ ਕਰਦੇ ਹੋਏ, ਇੱਕ ਦੂਜੇ ਦੇ ਅਗੇਂਸਟ ਬੜੀ ਮਤਲਬ ਹਾਈ ਪਿਚ ਕੈਂਪੇਨ ਕਰਦੇ ਹੋਏ। ਸ਼ਾਮੀ ਦੋਵੇਂ ਗੁੱਟ ਇਕੱਠੇ ਬੈਠੇ ਹੋਣਗੇ, ਕਿਤੇ ਖਾ ਪੀ ਰਹੇ ਹੋਣਗੇ, ਗੱਪਾਂ ਵੀ ਮਾਰ ਰਹੇ ਹੋਣਗੇ, ਚੀਜ਼ਾਂ ਵੀ ਕਰ ਰਹੇ ਹੋਣਗੇ। ਤੇ ਲੋਕੀ ਜਿਹੜੇ ਨਾ ਇਹ ਕਹਿ ਰਹੇ ਸੀ ਕਿ ਹੁਣ ਬੀਜੇਪੀ ਨੇ ਪ੍ਰੋਮਿਸ ਤੇ ਕਰ ਦਿੱਤਾ ਕਿ ਕੁੜੀਆਂ ਨੂੰ ਸਕੂਟੀਆਂ ਦੇਵਾਂਗੇ। ਤੇ ਪਹਿਲਾ ਸਵਾਲ ਉਹ ਇਹ ਚੁੱਕ ਰਹੇ ਸੀ ਕਿ ਭਾਈ ਸਕੂਟੀ ਤੇ ਦੇ ਦੋਗੇ, ਉਹ ਤੇ ਸਾਡਾ ਹੋਰ ਨੁਕਸਾਨ ਕਰਾਓਗੇ, ਕਿਉਂਕਿ ਪੈਟਰੋਲ ਤੇ ਸਾਨੂੰ ਹੀ ਪਵਾਉਣਾ ਪਏਗਾ ਨਾ। ਬਿੱਲ ਕਿੱਥੋਂ ਆਊਗਾ? ਰਜੀਵ, ਦੇਖੋ ਇਤਕੀ ਮੁੱਦੇ ਜਿਹੜੇ ਕਾਫੀ ਉੱਭਰੇ ਨੇ। ਮੈਂ ਥੋੜਾ ਜਿਹਾ ਤੁਹਾਨੂੰ ਤੁਹਾਡੇ ਕੋਲੋਂ ਬਰੀਕੀ ਦੇ ਵਿੱਚ ਜਾਣਨਾ ਚਾਹਾਂਗਾ ਥੋੜੇ ਟਾਈਮ ਦੇ ਵਿੱਚ। ਉਰੇ ਹੋਰ ਮੇਨ ਮੁੱਦੇ, ਜਿਵੇਂ ਤੁਸੀਂ ਦੇਖੋ ਕਿ ਮੋਟੇ ਸਾਨੂੰ ਦੂਰ ਬੈਠਿਆਂ ਨੂੰ, ਉਰੇ ਚੰਡੀਗੜ੍ਹ ਜਾਂ ਪੰਜਾਬ ਬੈਠਿਆਂ ਨੂੰ ਜੋ ਨਜ਼ਰ ਆਉਂਦੇ ਨੇ, ਇੱਕ ਤਾਂ ਬੇਰੁਜ਼ਗਾਰੀ ਦਾ ਮੁੱਦਾ ਹੈ, ਉਹ ਸਾਰੇ ਕਿਤੇ ਹੀ ਕਾਮਨ ਹੈਗਾ। ਅੱਛਾ, ਹਿਮਾਚਲ ਅਲੱਗ-ਅਲੱਗ ਹਿੱਸਿਆਂ 'ਚ ਵੰਡਿਆ ਹੋਇਆ, ਉੱਥੇ ਹਰੇਕ ਉੱਪਰ ਵਾਲੇ ਹਿੱਸੇ ਦੀਆਂ ਅਲੱਗ ਸਮੱਸਿਆਵਾਂ ਨੇ, ਥੱਲੇ ਵਾਲੇ ਦੀਆਂ ਅਲੱਗ ਸਮੱਸਿਆਵਾਂ ਨੇ। ਫਿਰ ਤੁਸੀਂ ਦੇਖੋ ਕਿ ਪੂਰੇ ਸੇਬ ਦੇ ਉਤਪਾਦਕਾਂ ਦਾ ਬਹੁਤ ਵੱਡਾ ਮਸਲਾ ਰਿਹਾ ਹੈ, ਸੜਕਾਂ ਦਾ ਬੜਾ ਵੱਡਾ ਮਸਲਾ ਰਿਹਾ, ਇੱਥੇ ਮਨਰੇਗਾ ਦੇ ਵਿੱਚ ਦਿਹਾੜੀ ਦਾ ਇੱਕ ਮੁੱਦਾ ਵੀ ਇਸ਼ੂ ਹੈ। ਇਹ ਤਮਾਮ ਮੁੱਦੇ ਸਾਨੂੰ ਦਿਖੇ ਨੇ। ਤੇ ਅੱਛਾ, ਡਰੱਗ ਦਾ ਬਹੁਤ ਵੱਡਾ ਮੁੱਦਾ ਜਿਹੜਾ ਐਤਕੀ ਚੋਣਾਂ 'ਚ ਵੀ ਹਾਈਲਾਈਟ ਹੋਇਆ। ਤੇ ਇਸ ਤੋਂ ਬਿਨਾਂ ਜਿਹੜੇ ਜੇ ਕੋਈ ਮੁੱਦੇ ਨੇ ਜਿਹੜੇ ਤੁਹਾਨੂੰ ਲੱਗਿਆ ਵੀ ਸ਼ਿਵਿੰਦਰ ਇਹਨਾਂ ਚੋਣਾਂ 'ਚ ਹਾਲੇ ਵੀ ਚੰਗੀ ਤਰ੍ਹਾਂ ਐਡਰੈਸ ਨਹੀਂ ਹੋਏ ਹੈਗੇ? ਸ਼ਿਵਿੰਦਰ, ਇਹ ਹੈ ਨਾ ਕਿ ਜਿੱਦਾਂ ਮੈਂ ਕਹਿ ਰਿਹਾ ਕਿ ਛੋਟੀ ਕਨਸਟੀਟੂਐਂਸੀ ਤੇ ਹਾਈਲੀ ਲੋਕਲਾਈਜ਼ਡ ਮੁੱਦੇ ਹੁੰਦੇ ਨੇ, ਤੇ ਇਹ ਤੇ ਬ੍ਰੌਡਰ ਮੁੱਦੇ ਹੈਗੇ, ਤੇ ਬਾਕੀ ਇਹਨਾਂ ਤੇ ਨਾਲ ਹੀ ਲਿੰਕ ਹੁੰਦੇ। ਹੁਣ ਜਿੱਦਾਂ ਗੱਲ ਆਉਂਦੀ ਹੈ ਕਿ ਕਈ ਪਿੰਡ ਏਦਾਂ ਦੇ ਹੈਗੇ ਪਹਾੜੀ ਇਲਾਕੇ ਜਿੱਦਾਂ ਦੀ ਲਿੰਕ ਰੋਡ ਨਹੀਂ ਹੈਗੀ, ਉਹ ਇੱਕ ਮੁੱਦਾ ਹੁੰਦਾ ਕਿਸੇ ਕਨਸਟੀਟੂਐਂਸੀ ਵਿੱਚ, ਉਹ ਇੱਕ ਮੁੱਦਾ ਰਹਿੰਦਾ ਹੈ। ਹੁਣ ਦੂਜਾ, ਜਿਸ ਤਰ੍ਹਾਂ ਮੈਂ ਗੱਲ ਕਰਾਂ ਕਿ ਜਿੱਦਾਂ ਮੈਂ ਸੋਲਨ ਰਹਿਣਾ, ਤੇ ਸੋਲਨ ਦੇ ਨੇੜੇ ਤੇੜੇ ਅਸੀਂ ਸਾਰੇ ਜਾਣਦੇ ਹਾਂ ਕਿ ਸੋਲਨ ਇੱਕ ਸਿਟੀ ਆਫ ਰੈੱਡ ਗੋਲਡ ਕਹਿੰਦੇ ਨੇ ਇਹਨੂੰ। ਟਮਾਟਰ ਦੀ ਖੇਤੀ ਬਹੁਤ ਹੁੰਦੀ ਹੈ ਇੱਥੇ, ਜਾਂ ਫਿਰ ਕੋਈ ਮਸ਼ਰੂਮ ਦੀ ਖੇਤੀ ਬਹੁਤ ਹੁੰਦੀ ਹੈ, ਸਬਜ਼ੀਆਂ ਦੀ ਖੇਤੀ ਬਹੁਤ ਪੈਦਾਵਾਰ ਹੈਗੀ। ਤੇ ਇੱਥੇ ਮੁੱਦਾ ਹੈਗਾ ਕਿ ਵੀ ਇੱਥੇ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਅੱਜ ਤੱਕ, ਭਾਵੇਂ ਕੋਈ ਵੀ ਸਰਕਾਰ ਰਹੀ ਹੋਵੇ, ਬੀਜੇਪੀ ਦੀ, ਕਾਂਗਰਸ ਦੀ, ਕੋਈ ਵੀ ਸਰਕਾਰ ਰਹੀ ਹੋਵੇ, ਇੰਨੇ ਸਾਲ ਤੋਂ ਇੱਕ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਸਰਕਾਰ ਲਾ ਸਕੀ। ਪਰ ਸਰਕਾਰਾਂ ਦਾ ਇਹ ਕਹਿਣਾ ਕਿ ਭਈਆ
ਫਾਈਨੈਂਸ਼ੀਅਲੀ ਵਾਇਬਲ ਨਹੀਂ ਹੈ, ਕਿਉਂਕਿ ਦੇਖੋ ਜਦ ਤੁਸੀਂ ਗੱਲ ਕਰਦੇ ਹੋ ਵੈਲਫੇਅਰ ਸਟੇਟ ਦੀ ਤੇ ਫਾਈਨੈਂਸ਼ੀਅਲ ਵਾਇਬਿਲਿਟੀ ਨਹੀਂ ਦੇਖੀ ਜਾਂਦੀ, ਲੋਕਾਂ ਦਾ ਭਲਾ ਵੀ ਕਿਧਰੇ ਦੇਖਿਆ ਜਾਂਦਾ। ਉਹ ਚੀਜ਼ ਜਿਹੜੀ ਆਉਂਦੀ ਹੈ, ਕਿਉਂਕਿ ਸਟੇਟ ਨੂੰ ਇਨਵੈਸਟ ਕਰਨਾ ਪਏਗਾ, ਉਹ ਮੁੱਦਾ ਇੱਥੇ ਸੀਗਾ। ਅੱਛਾ, ਫਿਰ ਕਈ ਇਲਾਕੇ ਇੱਦਾਂ ਹੈਗੇ ਕਿ ਸਾਡੇ ਜਿਸ ਤਰੀਕੇ ਬੜੀ ਐਗਜ਼ੋਟਿਕ ਵੈਜੀਟੇਬਲ ਜਿਹੜੀ ਹੈਗੀ, ਜਿੱਦਾਂ ਬ੍ਰੋਕਲੀ ਦੀ ਗੱਲ ਕਰਨੇ ਆ ਅਸੀਂ, ਜਾਂ ਬਾਕੀ ਹੈਗੇ ਲੈਟਸ ਹੈਗਾ, ਉਹਦੀ ਖੇਤੀ ਦੀ ਗੱਲ ਹੋਈ ਜੀ ਕੁਝ ਸਾਲ ਪਹਿਲਾਂ, ਸਰਕਾਰਾਂ ਨੇ ਪ੍ਰੋਜੈਕਟ ਲਿਆਏ ਕਿ ਵੀ ਇਹ ਹੈਗਾ, ਜਾਂ ਫਲੋਰੀਕਲਚਰ ਦੀ ਗੱਲ ਕਰਨੇ ਆ, ਤੇ ਬਈ ਇੱਥੇ ਦਾ ਕਿਸਾਨ ਜਿਹੜਾ ਹੈ ਮਿਹਨਤਕਸ਼ ਹੈ, ਉਹਨੇ ਉਗਾ ਦਿੱਤੀ, ਪ੍ਰੋਡਕਸ਼ਨ ਦੇ ਦਿੱਤੀ, ਪ੍ਰੋਡਕਸ਼ਨ ਨੂੰ ਮਾਰਕੀਟਿੰਗ ਵਾਸਤੇ ਇੱਕ ਪ੍ਰੋਪਰ ਮੈਕੈਨਿਜ਼ਮ ਸਰਕਾਰ ਵੱਲੋਂ ਚਾਹੀਦਾ ਨਾ। ਬਿਲਕੁਲ, ਇਹ तमाम ਮੁੱਦੇ ਹੈਗੇ। ਸਰਕਾਰ ਕਹਿੰਦੀ ਅਸੀਂ ਮੰਡੀ ਬਣਾਈ, ਮੰਡੀ ਕਿੰਨੀ ਕਾਰਗਰ ਹੈਗੀ ਕਿੰਨੀ ਨਹੀਂ ਹੈਗੀ ਉਹ ਚੀਜ਼ ਹੈਗੀ। ਫਿਰ ਕਿਸਾਨ ਕਹਿੰਦੇ ਨੇ ਕਿ ਬਈ ਸਾਨੂੰ ਸਟੋਰੇਜ ਫੈਸਿਲਿਟੀ ਚਾਹੀਦੀ ਹੈ ਮੰਡੀਆਂ ਵਿੱਚ, ਇੱਕ ਦਿਨ ਰੇਟ ਨਹੀਂ ਮਿਲਦਾ ਗਿਆ, ਅਗਰ ਸਟੋਰੇਜ ਹੋਏ ਤਾਂ ਦੂਜੇ ਦਿਨ ਸਾਨੂੰ ਕੁਝ ਰੇਟ ਮਿਲ ਜਾਏਗਾ। ਇਹ ਲੋਕਲ ਮੁੱਦੇ ਬਹੁਤ ਸਾਰੇ ਹੈਗੇ, ਤੇ ਤੁਸੀਂ ਕਿਧਰੇ ਜਾਓ ਤੇ ਕਿਧਰੇ ਛੋਟਾ ਮੁੱਦਾ ਹੋਏਗਾ ਵੀ ਸਾਨੂੰ ਬੱਸ ਸਰਵਿਸ ਨਹੀਂ ਚੰਗੀ ਮਿਲਦੀ, ਉਹ ਵੀ ਇੱਕ ਮੁੱਦਾ ਹੋ ਸਕਦਾ ਹੈ। ਹਾਈਲੀ ਲੋਕਲਾਈਜ਼ਡ ਮੁੱਦੇ ਹੁੰਦੇ ਨੇ। ਥੋੜਾ ਜਿਹਾ ਮੈਂ ਉਰੇ ਐਜੂਕੇਸ਼ਨ ਵੱਲ ਆਉਣਾ, ਇੱਕ ਤਾਂ ਐਜੂਕੇਸ਼ਨ ਦਾ ਉਰੇ ਤੁਸੀਂ ਜਿਹੜਾ ਹੈਗਾ, ਹਾਲਾਂਕਿ ਪੱਧਰ ਬੜਾ ਅੱਛਾ ਹੈਗਾ ਐਜੂਕੇਸ਼ਨ ਦਾ, ਕਿਉਂਕਿ ਉਹ ਇਸ ਲਈ ਵੀ ਦਿਖਦਾ ਕਿ ਐਤਕੀ ਜਦੋਂ ਵੋਟਾਂ ਪਈਆਂ, ਮੈਂ ਦੇਖਿਆ ਕਿ ਵੋਟਾਂ ਪਾਉਣ ਵਾਲੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਮਤਲਬ ਵੋਟਰ ਔਰਤਾਂ ਜ਼ਿਆਦਾ ਸੀ ਮਰਦਾਂ ਦੇ ਨਾਲੋਂ। ਇਹਦਾ ਮਤਲਬ ਕਿ ਸੂਬੇ ਵਿੱਚ ਕੁਝ ਚੰਗੀ ਗੱਲ ਤਾਂ ਹੈ, ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਵੀ ਸੁਚੇਤ ਵੀ ਆ, ਮਤਲਬ ਵੀ ਉੱਥੇ ਪੰਜਾਬ ਵਾਂਗੂ ਨਹੀਂ ਵੀ ਔਰਤ ਮਰਦ ਦੀ ਰੇਸ਼ੋ 'ਚ ਫਰਕ ਹੈ। ਇੱਕ ਤਾਂ ਐਜੂਕੇਸ਼ਨ ਦੇ ਲਈ ਦੀਆਂ ਸਿੱਖਿਆ ਦੀਆਂ ਮੁੱਖ ਸਮੱਸਿਆਵਾਂ, ਤੇ ਇੱਕ ਜੋ ਹਿਮਾਚਲ ਖਾਸ ਕਰਕੇ ਸ਼ਿਮਲਾ ਯੂਨੀਵਰਸਿਟੀ ਜਾਣੀ ਜਾਂਦੀ ਆ, ਇੱਕ ਰਾਜਨੀਤਿਕ ਤੌਰ ਤੇ ਸੁਚੇਤਨਾ ਵਜੋਂ ਜਾਣੀ ਜਾਂਦੀ ਹੈ, ਉੱਥੇ ਦੀ ਇਲੈਕਸ਼ਨ ਕਾਫੀ ਦੇਰ ਤੋਂ ਬੰਦ ਆ, 2013 ਤੋਂ ਸ਼ਾਇਦ ਇਲੈਕਸ਼ਨ ਇਹਨਾਂ ਨੇ ਕਰਵਾਈ ਨਹੀਂ ਹੈਗੀ। ਕੀ ਇਹ ਮੁੱਦਾ ਇਹਨਾਂ ਦਿਨਾਂ ਦੇ ਵਿੱਚ ਚਰਚਾ ਵਿੱਚ ਆਇਆ? ਦੇਖੋ, ਐਜੂਕੇਸ਼ਨ ਦੇ ਰਿਲੇਟਡ ਹਰ ਪੱਖ ਤੋਂ ਮੁੱਦਾ ਚਰਚਾ ਵਿੱਚ ਆਉਂਦਾ ਰਿਹਾ। ਹੁਣ ਇਹਦੀ ਦੋ ਤਿੰਨ ਚੀਜ਼ਾਂ ਹੈਗੀਆਂ। ਜਦ ਅਸੀਂ ਗੱਲ ਕਰਨੇ ਆ ਬੇਸਿਕ ਐਜੂਕੇਸ਼ਨ, ਹਾਂ ਹਿਮਾਚਲ ਚੰਗਾ ਹੈਗਾ, ਪਰ ਹਿਮਾਚਲ ਦੀ ਫਾਈਟ ਇੱਕ ਦੂਜੀ ਹੈ ਨਾ, ਇੱਕ ਲੈਵਲ ਤੁਸੀਂ ਅਟੇਨ ਕੀਤਾ ਸੀ, ਹੁਣ ਉਹ ਥੱਲੇ ਨਹੀਂ ਜਾਣਾ ਚਾਹੀਦਾ। ਇਸ ਕਰਕੇ ਲੋਕਾਂ 'ਚ ਇਹ ਮੁੱਦਾ ਰਹਿੰਦਾ ਹੈ ਕਿ ਸਰਕਾਰੀ ਸਕੂਲਾਂ 'ਚ ਟੀਚਰ ਪ੍ਰੋਪਰ ਹੋਣੇ ਚਾਹੀਦੇ ਨੇ, ਐਜੂਕੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਉਹ ਮੁੱਦਾ ਹਮੇਸ਼ਾ ਲੋਕਾਂ ਦੇ ਧਿਆਨ ਵਿੱਚ ਰਹਿੰਦਾ ਹੈ। ਦੂਜੀ ਚੀਜ਼ ਜਿਹੜੀ ਇੱਥੇ ਪ੍ਰਮੋਟ ਹੋਈ ਹੈ, ਪ੍ਰਾਈਵੇਟ ਕਾਲਜ ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਇਹਨਾਂ ਨੇ ਬਹੁਤ ਮਤਲਬ ਮੈਂ ਕਹਾਂਗਾ ਇੱਕ ਤਰੀਕੇ ਨਾਲ ਡੈਮੇਜ ਕਰ ਦਿੱਤਾ ਹੈ ਸਿਸਟਮ। ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇੱਥੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈਗੀ, ਉਹਦੇ ਕੋਈ ਮੇਰੇ ਖਿਆਲ 30 ਕਿ 40 ਹਜ਼ਾਰ ਫਰਜ਼ੀ ਡਿਗਰੀਆਂ ਦਾ ਸਕੈਮ ਬਾਹਰ ਆਇਆ ਸੀ। ਹੁਣ ਮੈਂ ਪੁਲਿਸ ਵਾਲਿਆਂ ਨਾਲ ਵੀ, ਅਫਸਰ ਜਿਹੜੇ ਇਨਵੈਸਟੀਗੇਟ ਕਰ ਰਹੇ ਸੀ ਉਹਨਾਂ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਨੇ ਹੁਣ ਅਸੀਂ ਕਰੀਏ ਕੀ, ਉਹ ਡਿਗਰੀਆਂ ਲੈ ਕੇ ਉਹ ਬੰਦੇ ਭੱਜ ਗਏ ਨੇ, ਜਾ ਚੁੱਕੇ ਨੇ। ਕੋਈ ਆਸਟ੍ਰੇਲੀਆ ਬੈਠਾ, ਕੋਈ ਕੈਨੇਡਾ ਬੈਠਾ, ਤਾਂ ਕੀ ਕਰੋਗੇ ਤੁਸੀਂ ਉਸ ਬੰਦੇ ਦਾ? ਪਰ ਅਲਟੀਮੇਟਲੀ ਬਦਨਾਮ ਕੀ ਹੋ ਸਟੇਟ। ਪ੍ਰਾਈਵੇਟ ਐਜੂਕੇਸ਼ਨ ਜਦ ਤੁਸੀਂ ਪ੍ਰਮੋਟ, ਮਤਲਬ ਬਹੁਤ ਕਮੀਆਂ ਨਜ਼ਰ ਆਉਂਦੀਆਂ ਨੇ। ਹੁਣ ਜਿੱਦਾਂ ਇੱਕ ਇੱਥੇ ਮੇਰੇ ਘਰ ਦੇ ਨੇੜੇ ਇੱਕ ਯੂਨੀਵਰਸਿਟੀ ਹੈਗੀ, ਉੱਥੇ ਕਲੇਮ ਆਉਂਦਾ ਹੈ ਕਿ ਸਾਨੂੰ ਅਸੀਂ 400 ਕੁਝ ਪੇਟੈਂਟ ਹੈਗੇ ਸਾਡੇ ਕੋਲ। ਗੌਰ ਨਾਲ ਦੇਖੋ ਤੇ ਪੇਟੈਂਟ ਤੁਸੀਂ ਸਿਰਫ ਰਜਿਸਟਰ ਕਰਾਏ ਨੇ, ਤੁਸੀਂ ਹੱਲੇ ਉਹ ਪ੍ਰੂਵ ਕਰਨਾ ਹੈ। ਜਦੋਂ ਪ੍ਰੂਵ ਕਰੋਗੇ ਤਾਂ ਤੁਹਾਨੂੰ ਪੇਟੈਂਟ ਮਿਲੇਗਾ। ਕੀ ਤੁਹਾਡੇ ਕੋਲ ਉਹ ਪੇਟੈਂਟ ਦਾ ਸਰਟੀਫਿਕੇਟ ਹੈ? ਨਹੀਂ। ਲੋਕਾਂ ਨੂੰ ਤੁਸੀਂ ਮਿਸਲੀਡ ਕਰ ਰਹੇ ਹੋ। ਤੀਜੀ ਚੀਜ਼, ਜਦ ਅਸੀਂ ਹਿਮਾਚਲ ਯੂਨੀਵਰਸਿਟੀ ਦੀ ਗੱਲ ਕਰਨੇ ਆ, ਪਿੱਛੇ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਆਇਆ, ਔਰ ਮੈਂ ਉਸ ਨਾਲ ਬਿਲਕੁਲ ਸਹਿਮਤ ਹਾਂ, ਜਿਸ ਤਰੀਕੇ ਦੀ ਭਰਤੀ ਹੋਈ ਹੈ ਪਿੱਛੇ। ਦੇਖੋ, ਅਸੀਂ ਸਾਰੇ ਜਾਣਦੇ ਹਾਂ ਕਿ ਮਤਲਬ ਕਿ ਜਿਹੜੀ ਸਰਕਾਰ ਹੁੰਦੀ ਹੈ, ਉਹਨਾਂ ਦੇ ਵਿਚਾਰਧਾਰਾ ਦੇ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਹੈ। ਪਹਿਲੇ ਤੇ ਉਹ ਵੀ ਚੀਜ਼ ਗਲਤ ਹੈ, ਪਰ ਜੇ ਤੁਸੀਂ ਉਸ ਵਿਚਾਰਧਾਰਾ ਦੇ ਲੋਕਾਂ ਨੂੰ ਭਰਤੀ ਵੀ ਕਰ ਰਹੇ ਹੋ ਤਾਂ ਠੀਕ ਹੈ, ਪਰ ਘੱਟੋ ਘੱਟ ਉਹ ਕਾਬਿਲ ਤੇ ਹੋਣ। ਇੱਕ ਮੈਂ ਜਿਸ ਤਰੀਕੇ ਦੀ ਭਰਤੀ ਹੋਈ ਹੈ, ਉਹ ਉਹ ਬੜੀ ਖਤਰਨਾਕ ਭਰਤੀ ਹੋਈ ਹੈ, ਤੇ 200 ਤੋਂ ਉੱਤੇ ਯੂਨੀਵਰਸਿਟੀ ਦੀ ਭਰਤੀਆਂ ਉੱਤੇ ਸਵਾਲ ਉੱਠੇ ਨੇ, ਤੇ ਇਹ ਵੀ ਮੁੱਦਾ ਸੀ। ਰਾਜੀਵ, ਆਪਣੇ ਕੋਲ 8 ਮਿੰਟ ਦਾ ਟਾਈਮ ਆ, ਮੈਂ 8 ਮਿੰਟ ਦੇ ਵਿੱਚ ਜੋ ਚੀਜ਼ਾਂ ਬੜੇ ਸੰਖੇਪ ਵਿੱਚ ਪੁੱਛਣਾ ਚਾਹਾਂਗਾ। ਇੱਕ ਤਾਂ ਇਹੀ ਸਵਾਲ ਨੂੰ ਦੁਬਾਰਾ ਥੋੜਾ ਜਿਹਾ ਦੁਹਰਾ ਲੈਂਦੇ ਆ। ਮੈਂ ਇੱਕ ਵਾਰ ਉਰੇ ਯੂਨੀਵਰਸਿਟੀ ਗਿਆ ਸੀਗਾ, ਉਰੇ ਜਰਨਲਿਜ਼ਮ ਡਿਪਾਰਟਮੈਂਟ ਦੇ ਵਿੱਚ ਤੁਹਾਡੇ ਨਾਲ ਹੀ ਲੈਕਚਰ ਕੀਤਾ ਸੀਗਾ ਬੱਚਿਆਂ ਨੂੰ। ਉਦੋਂ ਮੈਨੂੰ ਲੱਗਾ ਕਿ ਡਿਫਰੈਂਟ ਇਲਾਕਿਆਂ ਤੋਂ ਬੱਚੇ ਆਏ ਹੋਏ ਸੀ, ਕਾਫੀ ਪਰ ਟੈਲੈਂਟਡ ਬੱਚੇ ਸੀਗੇ। ਕੀ ਉਹ ਟੈਲੈਂਟ ਹੈ ਜਿਹੜਾ ਬੱਚਿਆਂ ਦਾ, ਉਹ ਕੋਈ ਸਹੀ ਪਾਸੇ ਲੱਗਦਾ, ਦਿਖਾਈ ਦਿੰਦਾ ਤੁਹਾਨੂੰ? ਨਹੀਂ ਸ਼ਿਵਿੰਦਰ, ਜਿੱਦਾਂ ਆਪਾਂ ਗੱਲ ਕਰੀਏ, ਦੇਖੋ ਹਿਮਾਚਲ ਵਿੱਚ ਸਭ ਤੋਂ ਬੜੀ ਖੂਬੀ ਹੈਗੀ ਕਿ ਬੱਚੇ ਜਿਹੜੇ ਹੈਗੇ ਨਾ, ਮਿਹਨਤੀ ਹੈਗੇ। ਉਹਨਾਂ ਨੂੰ ਸਿਰਫ ਇੱਕ ਰਾਹ ਦਿਖਾਉਣ ਦੀ ਲੋੜ ਹੈਗੀ। ਤੁਹਾਨੂੰ ਹਿਮਾਚਲ ਦਾ ਬੱਚਾ ਬੈਂਗਲੌਰ ਵੀ ਮਿਲੇਗਾ, ਬੰਬੇ ਵੀ ਮਿਲੇਗਾ, ਦਿੱਲੀ ਵੀ ਮਿਲੇਗਾ, ਹਰ ਫੀਲਡ ਵਿੱਚ ਮਿਲੇਗਾ। ਈਵਨ ਤੁਸੀਂ ਅਮਰੀਕਾ ਚਲੇ ਜਾਓ ਤੇ ਤੁਹਾਨੂੰ ਡਾਕਟਰ ਹਿਮਾਚਲ ਤੋਂ ਪੜ੍ਹੇ ਹੋਏ ਮਿਲ ਜਾਣਗੇ। ਪਰ ਗੱਲ ਘੁੰਮ ਫਿਰ ਕੇ ਉਹੀ ਆਉਂਦੀ ਕਿ ਜਿਹੜਾ ਇਹ ਕੈਪੀਟਲ ਹੈਗਾ, ਇਹਨੂੰ ਫਰਦਰ ਤੁਸੀਂ ਸਟਰੈਂਥਨ ਕਰਨਾ ਹੈ ਸਟੇਟ ਵਿੱਚ, ਇਹਦਾ ਬੇੜਾ ਗਰਕ ਨਹੀਂ ਕਰਨਾ। ਉਹੀ ਚੀਜ਼ ਮੈਂ ਕਹਿ ਰਿਹਾ, ਜਿਸ ਤਰੀਕੇ ਦੀ ਭਰਤੀਆਂ ਹੋਈਆਂ ਨੇ,
ਉਹ ਬਹੁਤ ਵੱਡਾ ਸਵਾਲ ਹੈ। ਪਰ ਜੇ ਤੁਸੀਂ ਆਪ ਜਾ ਕੇ ਦੇਖੋ ਨਾ ਕਾਲਜਾਂ 'ਚ ਜਿਸ ਤਰੀਕੇ ਦੀ ਸਕੂਲਾਂ 'ਚ ਜਾ ਕੇ ਕਿਸ ਤਰੀਕੇ ਦੀ ਭਰਤੀ ਹੋਈ, ਮਤਲਬ ਉਸ ਨੂੰ ਲੈ ਕੇ ਲੋਕਾਂ 'ਚ ਬੜੀ ਨਾਰਾਜ਼ਗੀ ਹੈ। ਆਈਡੀਓਲੋਜੀ ਮੈਟਰ ਨਹੀਂ ਕਰ ਰਹੀ ਹੈ। ਠੀਕ ਹੈ, ਤੁਸੀਂ ਆਪਣੀ ਆਈਡੀਓਲੋਜੀ ਦੇ ਬੰਦੇ ਵੀ ਭਰਤੀ ਕਰ ਲਓ, ਪਰ ਕਾਬਿਲ ਤੇ ਹੋਣ ਘੱਟੋ ਘੱਟ। ਉਹ ਬੜਾ ਐਮਬੈਰਸਿੰਗ ਗੱਲ ਹੋ ਜਾਂਦੀ ਹੈ ਪੂਰੇ ਸਟੇਟ ਵਾਸਤੇ। ਇਹਦੇ ਵਿੱਚ ਚੋਣਾਂ ਦੇ ਵਿੱਚ ਖੱਬਾ ਫਰੰਟ ਵੀ ਇਲੈਕਸ਼ਨ ਲੜ ਰਿਹਾ, 11 ਸੀਟਾਂ ਤੇ ਲੜ ਰਿਹਾ। ਪਹਿਲਾਂ 16 ਤੇ ਲੜਨ ਦੀ ਇਹਨਾਂ ਦੀ ਸਲਾਹ ਸੀ, ਫਿਰ 11 ਦੇ ਉੱਤੇ ਇੱਕ ਸੀਟ ਹਾਲੇ ਵੀ ਹੈਗੀ ਹੈ ਖੱਬੇ ਫਰੰਟ ਦੇ ਕੋਲ, ਰਕੇਸ਼ ਸਿੰਘੇ ਵਾਲੀ ਸੀਟ ਆ, ਥਿਓਕ ਸੀਟ, ਥਿਓਕ ਆ ਨਾ ਮੇਰੇ ਖਿਆਲ। ਹਾਂ, ਤੇ ਇੱਕ ਸ਼ਿਮਲਾ ਸ਼ਹਿਰੀ ਵਿੱਚ ਵੀ ਹੈ, ਟਕਿੰਦਰ ਪਵਾਰ ਲੜ ਰਿਹਾ। ਉਹ ਥੋੜੀ ਜਿਹੀ ਜ਼ਬਰਦਸਤ ਸੀਟ ਲੱਗ ਰਹੀ ਹੈ ਮੈਨੂੰ, ਕਿਉਂਕਿ ਉਹ ਪਹਿਲਾਂ ਡਿਪਟੀ ਮੇਅਰ ਰਿਹਾ ਹੋਇਆ। ਹੁਣ ਮੈਂ ਜਾਣਨਾ ਚਾਹੁੰਦਾ ਕਿ ਇਹਦੀ ਜਿਹੜੀ ਹਾਜ਼ਰੀ ਹੈ ਖੱਬੇ ਫਰੰਟ ਦੀ, ਉਹ ਕਿਸ ਤਰ੍ਹਾਂ ਦੀ ਹੈ, ਤੇ ਖੱਬੇ ਫਰੰਟ ਵੱਲੋਂ ਕਿਸ ਤਰ੍ਹਾਂ ਦੇ ਮੁੱਦੇ ਚੁੱਕੇ ਜਾ ਰਹੇ ਹੈ। ਐਤਕੀ ਵੀ ਲੱਗਦਾ ਕਿ ਕੋਈ ਖਾਤਾ ਖੁੱਤਾ ਖੋਲੇਗਾ ਖੱਬਾ ਫਰੰਟ? ਦੇਖੋ ਜਵਿੰਦਰ, ਖੱਬੇ ਫਰੰਟ ਦੀ ਜਦ ਅਸੀਂ ਗੱਲ ਕਰੀਏ ਕਿ ਇੱਕ ਚੀਜ਼ ਲੋਕੀ ਇੱਥੇ ਮੰਨਦੇ ਨੇ, ਇਹਨਾਂ ਦੀ ਇਹ ਹੈ ਕਿ ਪਾਕਟਸ ਹੈਗੀਆਂ, ਤੇ ਪਾਕਟਸ ਵਿੱਚ ਇਹ ਫਰੰਟ ਕਾਫੀ ਸਟਰੋਂਗ ਹੈਗਾ। ਲੋਕੀ ਇੱਕ ਚੀਜ਼ ਮੰਨਦੇ ਨੇ, ਲੋਕਾਂ ਦੀ ਨਾ ਇੱਕ ਜਿਹੜੀ ਦੋ ਮੈਂ ਕਹਾਂਗਾ ਮਿਸਨੋਮਰ ਸੀਗੇ, ਜਿਹੜਾ ਜਦ ਤੱਕ ਇਹ ਪਾਰਟੀ ਡਿਸਪੈਲ ਨਹੀਂ ਕਰਦੀ ਤਾਂ ਤੱਕ ਪ੍ਰੋਬਲਮ ਰਹੇਗੀ। ਇੱਕ ਤੇ ਹੈਗੀ ਲੋਕਾਂ ਜੀ, ਦੂਜੀ ਚੀਜ਼ ਜਿਹੜੀ ਹੈਗੀ, ਦੂਜਾ ਲੋਕੀ ਜਿਹੜੇ ਇਹ ਕਹਿੰਦੇ ਨੇ ਕਿ ਬਈ ਇੱਕ ਬੰਦਾ ਜਾਂ ਦੋ ਬੰਦੇ ਜਾ ਕੇ ਕੀ ਕਰ ਲੈਣਗੇ ਵਿਧਾਨ ਸਭਾ 'ਚ। ਪਰ ਜਿਹੜੀ ਦੂਜੀ ਗੱਲ ਹੈ, ਐਕਚੁਅਲੀ ਰਾਕੇਸ਼ ਸਿੰਘਾ ਠਿਓਕ ਤੋਂ ਜਿਹੜੇ ਰਹੇ MLA, ਉਹਨਾਂ ਨੇ ਦੂਜੀ ਚੀਜ਼ ਨੂੰ ਤੇ ਪ੍ਰੂਵ ਕਰ ਦਿੱਤਾ ਕਿ ਇੱਕ ਬੰਦਾ ਵੀ ਬਤੇਰਾ ਹੈਗਾ ਜੇ ਲੋਕਾਂ ਦੇ ਮੁੱਦੇ ਚੁੱਕਣ ਦੀ ਗੱਲ ਹੈ। ਤੇ ਮਤਲਬ ਮੈਂ, ਹਾਲਾਂਕਿ ਅਸੀਂ ਇਸ ਤਰੀਕੇ ਦੀ ਕਹਾਣੀਆਂ ਕਦੀ ਕਰਦੇ ਨਹੀਂ, ਪਰ ਫॉर द ਫਰਸਟ ਟਾਈਮ ਮੈਨੂੰ ਵੀ ਇਹ ਕਹਿਣਾ ਪਿਆ ਕਿ ਭਈ ਹਾਂ, ਸਿੰਘੇ ਨੇ ਇੱਕ ਚੀਜ਼ ਦੱਸੀ ਹੈ ਕਿ ਤੁਹਾਡਾ ਲੀਡਰ ਕਿੱਦਾਂ ਦਾ ਹੋਣਾ ਚਾਹੀਦਾ ਹੈ। ਉਹ ਚੀਜ਼ ਇੱਕ ਬਹੁਤ, ਮਤਲਬ ਕਿ ਜਿਸ ਤਰੀਕੇ ਨਾਲ ਲੋਕਾਂ ਨਾਲ ਖੜਨਾ, ਲੋਕਾਂ ਦੇ ਮੁੱਦੇ ਚੁੱਕਣਾ। ਹੁਣ ਤੁਸੀਂ ਇਹ ਦੇਖੋ ਕਿ ਜਦ ਲੋਕਡਾਊਨ ਲੱਗਿਆ ਸੀ, ਕਸ਼ਮੀਰੀ ਲੇਬਰ ਸੀਗੀ, ਕਸ਼ਮੀਰੀ ਲੇਬਰ ਸਿੰਘੇ ਦੀ ਵੋਟਰ ਨਹੀਂ ਹੈਗੀ, ਪਰ ਉਹਨਾਂ ਨੂੰ ਘਰ ਭੇਜਣ ਵਾਸਤੇ ਇਹ MLA ਨੇ ਧਰਨੇ ਦਿੱਤੇ। ਆਪਣੇ ਸੂਬੇ ਵਿੱਚ, ਆਪਣੇ ਜਿਹੜੀ ਕਨਸਟੀਟੂਐਂਸੀ ਦੇ ਸਕੂਲ ਵਿੱਚ ਟੀਚਰ ਨਹੀਂ ਹੈਗੇ, ਉਹਦੇ ਵਾਸਤੇ ਧਰਨੇ ਦਿੱਤੇ। ਇਹ ਬੰਦਾ ਤੁਹਾਨੂੰ ਅੱਜ ਵੀ SDM ਦਫ਼ਤਰ ਦੇ ਬਾਹਰ ਜ਼ਮੀਨ ਤੇ ਸੁੱਤਾ ਮਿਲ ਜਾਏਗਾ, ਧਰਨਾ ਦਿੰਦਾ ਹੋਇਆ ਮਿਲ ਜਾਏਗਾ। ਜੇ ਆਪਣੇ ਹਸਪੀਟਲ ਵਿੱਚ ਡਾਕਟਰ ਨਹੀਂ ਹੈਗਾ ਤੇ ਉਹਨੂੰ ਅਪਾਇੰਟ ਕਰਾਉਣ ਵਾਸਤੇ ਵੀ ਇਹ ਬੰਦਾ ਧਰਨੇ ਦਿੰਦਾ ਰਿਹਾ। ਤੇ ਜਿਹੜਾ ਇੱਕ ਕਿਸਾਨਾਂ ਦਾ ਐਜੀਟੇਸ਼ਨ ਹੋਇਆ, ਉਹਨੂੰ ਵੀ ਫਰੰਟ ਤੋਂ ਲੀਡ ਕੀਤਾ। ਜਿੱਤੇ ਹਾਰੇ ਉਹ ਵੱਖਰੀ ਗੱਲ ਹੈ, ਪਰ ਲੋਕੀ ਜਿਹੜੇ ਇੱਕ ਚੀਜ਼ ਮੰਨਦੇ ਨੇ ਕਿ ਜਿਹੜਾ ਮਤਲਬ ਕਿ ਲੀਡਰ ਗਰੀਬਾਂ ਨਾਲ ਜਾਂ ਜਿਹੜੇ ਕਿ ਮਾਰਜਨਲਾਈਜ਼ ਹੈਗੇ ਲੋਕਾਂ ਨਾਲ ਖੜਦਾ ਹੈ, ਤੇ ਲੀਡਰ ਉਦਾਂ ਦਾ ਹੀ ਹੋਣਾ ਚਾਹੀਦਾ। ਦੂਜੀ ਚੀਜ਼ ਆਪਾਂ ਗੱਲ ਕਰਨੇ ਟਿਕੇਂਦਰ ਦੀ, ਜਾਂ ਹੋਰ ਵੀ ਜਿਹੜੇ ਹੈਗੇ ਉੱਥੇ, ਜੋਗਿੰਦਰ ਕੁਸ਼ਾਲ ਹੈਗਾ, ਬਾਕੀ ਕੈਂਡੀਡੇਟ ਵੀ ਹੈਗੇ। ਇਹ ਉਹ ਕੈਂਡੀਡੇਟ, ਵਿਸ਼ਾਲ ਸ਼ੰਕਾ ਹੈਗਾ ਕੋਟਖਾਈ। ਹੁਣ ਟਿਕੇਂਦਰ ਜਿਸ ਤਰੀਕੇ, ਟਿਕੇਂਦਰ ਇਸ ਟਾਈਮ ਅਰਬਨਾਈਜੇਸ਼ਨ ਦਾ ਇੱਕ ਤਰੀਕੇ ਨਾਲ ਐਕਸਪਰਟ ਹੈ। ਬਿਲਕੁਲ, ਉਹ ਮੈਂ ਗੱਲ ਵੀ ਉਹਨਾਂ ਨਾਲ ਕੀਤੀ ਸੀ ਕੱਲ ਪਰਸੋਂ। ਤੁਸੀਂ ਗੱਲ ਕੀਤੀ ਸੀ ਉਹਨਾਂ ਨਾਲ, ਤੇ ਉਹ ਹੈ ਤੇ ਮਤਲਬ ਬੜੇ ਚੰਗੇ ਜਿਹੜੇ ਮੁੱਦੇ ਹੁੰਦੇ ਨੇ। ਇਹ ਗ੍ਰੀਨ ਕੈਂਪੇਨ ਦੀ ਗੱਲ ਕਰਦੇ, ਇੱਕ ਗ੍ਰੀਨ ਕੈਂਪੇਨ ਕੀਤਾ ਕਿ ਵੀ ਉਹ ਗੱਲ ਕਰਦੇ ਨੇ, ਅਰਬਨ ਮੋਬਿਲਿਟੀ ਦੀ ਗੱਲ ਕਰਦੇ ਨੇ। ਹੁਣ ਅਸੀਂ ਸਾਰੇ ਸ਼ਹਿਰਾਂ ਵਿੱਚ ਜਾਣਦੇ ਹਾਂ ਕਿਸ ਤਰੀਕੇ ਦੀ ਪਰੇਸ਼ਾਨੀਆਂ ਆ ਰਹੀਆਂ ਨੇ। ਤੁਸੀਂ ਖਬਰਾਂ ਪੜ੍ਹਦੇ ਹੋ, ਬੈਂਗਲੌਰ ਵਿੱਚ ਪਾਣੀ ਨਹੀਂ ਹੈਗਾ, ਚੱਲਣ ਦੀ ਸਮੱਸਿਆ ਹੈ, ਕਿ ਵਨ ਵੇ ਰੂਟਸ ਹੋ ਗਈਆਂ ਨੇ, ਟ੍ਰੈਫਿਕ ਜਾਮ ਹੈਗੇ 4-4 ਘੰਟੇ ਦੇ। ਹੁਣ ਇਹ ਮੁੱਦੇ ਅਗਰ ਸ਼ਿਮਲੇ ਵੀ ਹੈਗੇ, ਪਰ ਘੱਟੋ ਘੱਟ ਕੋਈ ਨੈਰੇਟਿਵ ਵਿੱਚ ਤੇ ਲੈ ਕੇ ਆ ਰਿਹਾ ਨਾ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ। ਡਰੱਗਸ ਦਾ ਮੁੱਦਾ, ਉਹ ਸਭ ਤੋਂ ਜ਼ਿਆਦਾ ਖੱਬੇ ਫਰੰਟ ਨੇ ਚੁੱਕਿਆ। ਸਿੱਧੇ ਸਿੱਧੇ ਇਹ ਵੀ ਆਪਣੀ ਅਗਲੀ ਜਨਰੇਸ਼ਨ ਨੂੰ ਬਚਾਉਣਾ ਹੈ ਤੁਸੀਂ। ਅੱਛਾ, ਤੁਸੀਂ ਗੱਲ ਕਰ ਰਹੇ ਸੀ ਕਿ ਵੀ ਲੇਡੀਜ਼ ਦੀ ਪਾਰਟਿਸਿਪੇਸ਼ਨ ਜ਼ਿਆਦਾ ਹੈਗੀ ਇੱਥੇ, ਉਹਦੇ ਵਿੱਚ ਵੀ ਇੱਕ ਖੱਬੇ ਫਰੰਟ ਦਾ ਬਹੁਤ ਵੱਡਾ ਰੋਲ ਹੈ। ਖਾਸ ਤੌਰ ਤੇ ਕਿਸਾਨ ਸਭਾ ਦਾ ਜਿਹੜਾ ਕੰਮ ਰਿਹਾ ਹੈ, ਔਰਤਾਂ ਨੂੰ ਸੁਚੇਤ ਕਰਨਾ ਤੇ ਆਪਣੇ ਇਸ਼ੂਜ਼ ਦੇ ਬਾਰੇ ਔਰਤਾਂ ਨਿਕਲ ਕਰ ਆਉਂਦੀਆਂ ਨੇ ਵੋਟ ਦਾ ਪਾਉਣ ਵਾਸਤੇ। ਜੀ, ਆਖਰ ਦੇ ਵਿੱਚ ਹੁਣ ਕੋਈ ਚੀਜ਼ ਇੱਕ ਤਾਂ ਮੇਰੇ ਤੋਂ ਰਹਿ ਗਈ ਹੋਵੇ, ਤੇ ਹੁਣ ਚੋਣਾਂ ਤੋਂ ਬਾਅਦ, ਵੈਸੇ ਆਪਾਂ ਨਤੀਜਿਆਂ ਤੋਂ ਬਾਅਦ ਆਪਾਂ ਗੱਲ ਕਰਾਂਗੇ, ਤੇ ਹਾਲ ਦੀ ਘੜੀ ਇਹ ਚੋਣਾਂ ਦੇ ਕੋਈ ਸਬਕ ਕੀ ਕਹਿ ਸਕਦੇ ਹੋ ਵੀ ਕਿ ਕੋਈ ਤਸਵੀਰ ਦੀ ਜਿਹੜੀ ਬਣਦੀ ਹੋਵੇ ਮੋਟੀ ਜੀ, ਸਮਝਾਉਣੀ ਹੋਵੇ? ਦੇਖੋ ਸ਼ਵਿੰਦਰ, ਇੱਕ ਚੀਜ਼ ਸੀਗੀ, ਮਤਲਬ ਕਲੀਅਰ ਤੁਹਾਨੂੰ ਨਜ਼ਰ ਆਈ ਸੀ ਕਿ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਸੀ। ਤੇ ਹਰ 5 ਸਾਲ ਵਿੱਚ ਹਿਮਾਚਲ ਦਾ ਇੱਕ ਕਲਚਰ ਵੀ ਹੈਗਾ ਕਿ ਸਰਕਾਰ ਨੂੰ ਬਾਹਰ ਕਰ ਦਿੰਦੇ ਨੇ, ਇਸ ਕਰਕੇ ਕਿ ਬਈ ਸਭ ਦੀ ਅਕਲ ਠਿਕਾਣੇ ਰਹੇ। ਲੋਕੀ ਇਹ ਕਹਿੰਦੇ ਨੇ ਕਿ ਜ਼ਿਆਦਾ ਉਹ ਐਰੋਗੈਂਸ ਨਹੀਂ ਆਣੀ ਚਾਹੀਦੀ, ਠਿਕਾਣੇ ਰਹੇ ਤੇ ਉਹ ਠੀਕ ਕਰਦੇ ਰਹੇ। ਇੱਕ ਚੀਜ਼ ਸੀਗੀ ਲੋਕਾਂ ਵਿੱਚ, ਜੈਰਾਮ ਠਾਕੁਰ ਸਰਕਾਰ ਦੇ ਖਿਲਾਫ ਨਾਰਾਜ਼ਗੀ ਸੀਗੀ। ਨਰਿੰਦਰ ਮੋਦੀ ਉਦਾਂ ਹੀ ਪਪੂਲਰ ਹੈ ਕਿ ਅੱਜ ਜੇ ਤੁਸੀਂ ਗੱਲ ਕਰੋ ਇੱਕ ਨੈਸ਼ਨਲ ਲੈਵਲ ਲੀਡਰ ਦੀ, ਤਾਂ ਨਰਿੰਦਰ ਮੋਦੀ ਮਤਲਬ ਉਹ ਨਹੀਂ ਪਪੂਲਰ ਹੈਗੇ। ਜਿੱਦਾਂ ਮੈਂ ਪਹਿਲਾਂ ਕਿਹਾ, ਕਾਂਗਰਸ ਨੇ ਇੱਕ ਕਲੈਕਟਿਵ ਲੀਡਰਸ਼ਿਪ ਦਾ ਐਕਸਪੈਰੀਮੈਂਟ ਕੀਤਾ, ਤੇ
ਇੱਕ ਚੀਜ਼ ਹੋਰ ਅਸੀਂ ਦੇਖਣੀ ਹੈ ਕਿ ਇਹ ਜਿਹੜੇ ਚੋਣਾਂ ਦੇ ਰਿਜ਼ਲਟ ਆਉਣਗੇ ਇਹ ਅੱਗੇ ਰਿਫਲੈਕਟ ਹੋਣਗੇ ਬਾਕੀ ਸਟੇਟਸ ਵਿੱਚ, ਕਿਉਂਕਿ 24 ਦੀ ਤਿਆਰੀ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਤੇ ਕੀ ਬਾਕੀ ਸਟੇਟਸ ਵਿੱਚ ਵੀ ਕਾਂਗਰਸ ਕਲੈਕਟਿਵ ਲੀਡਰਸ਼ਿਪ ਦੀ ਗੱਲ ਕਰਦੀ ਹੈ ਜਾਂ ਇਹਨਾਂ ਮੁੱਦਾ ਤੇ ਅੱਗੇ ਜਾਂਦੀ ਹੈ, ਉਹ ਦੇਖਣ ਵਾਲੀ ਗੱਲ ਹੋਏਗੀ। ਬੀਜੇਪੀ ਨੇ ਮਿਹਨਤ ਵਿੱਚ ਕੋਈ ਕਮੀ ਨਹੀਂ ਛੱਡੀ, ਮਤਲਬ ਇਸ ਪਾਰਟੀ ਕੋਲੋਂ ਇਹ ਵੀ ਬਾਕੀ ਪਾਰਟੀਆਂ ਨੂੰ ਸਿੱਖਣ ਦੀ ਲੋੜ ਹੈਗੀ ਕਿਸ ਤਰੀਕੇ ਘਰ ਘਰ ਜਾ ਕੇ ਮਹੱਲੇ ਜਾ ਕੇ ਤੁਹਾਨੂੰ ਮਿਹਨਤ ਕਰਨ ਦੀ ਲੋੜ ਹੈਗੀ। ਤੁਸੀਂ ਉਹਦੇ ਨਾਲ ਮਤਲਬ ਐਗਰੀ ਕਰੋ ਜਾਂ ਆਈਡੀਓਲੋਜੀਕਲੀ ਨਾ ਐਗਰੀ ਕਰੋ। ਇੱਕ ਚੀਜ਼ ਹੈਗੀ ਕਿ ਇਸ ਪਾਰਟੀ ਨੇ ਆਰਐਸਐਸ ਨੇ ਮਿਹਨਤ ਬਹੁਤ ਕੀਤੀ ਪਿਛਲੇ ਕਈ ਸਾਲਾਂ ਤੋਂ, ਘਰ ਘਰ ਜਾ ਕੇ ਇਹਨਾਂ ਨੇ ਆਪਣਾ ਕੈਂਪੇਨ, ਉਹ ਵੀ ਦੇਖਣ ਵਾਲੀ। ਕਾਂਗਰਸ ਲਈ ਸਬਕ ਵੀ ਉਹਨੇ ਆਪਣਾ ਘਰ ਕਿਵੇਂ ਬਚਾਈ, ਕਾਂਗਰਸ ਦੀ ਬਾਕੀਆਂ ਵਾਸਤੇ ਵੀ ਸਬਕ ਹੈਗਾ। ਤੁਹਾਡੇ ਕੋਲ ਮੁੱਦੇ ਹੁੰਦੇ ਨੇ, ਕਾਂਗਰਸ ਦੀ ਸਪੈਸ਼ਲ ਸਬਕ ਵੀ ਆਪਣਾ ਘਰ ਕਿਵੇਂ ਬਚਾਈ ਰੱਖਣਾ ਜੀ, ਉਹ ਦੋਵੇਂ ਚੀਜ਼ਾਂ ਹੈਗੀਆਂ ਜੀ ਜੀ, ਤੇ तमाम ਚੀਜ਼ਾਂ ਹੈਗੀਆਂ। ਚੋਣਾਂ ਤੋਂ ਬਾਅਦ ਕੀ ਸੀਨ ਬੰਦਾ ਉਹ ਆਪਾਂ ਬਾਅਦ ਵਿੱਚ ਦੇਖਾਂਗੇ। ਬਿਲਕੁਲ। ਸੋ ਸ਼ੁਕਰੀਆ ਰਜੀਬ ਗੱਲਬਾਤ ਕਰਨ ਲਈ। ਫਿਰ ਆਪਾਂ ਛੇਤੀ ਫਿਰ ਗੱਲਬਾਤ ਕਰਦੇ ਹਾਂ। ਵਿੱਚ ਦੀ ਕੁਝ ਤੁਸੀਂ ਗੁਜਰਾਤ ਹੋਵੋਗੇ, ਗੁਜਰਾਤ ਦੇ ਬਾਰੇ ਵੀ ਤੁਹਾਡਾ ਤਕੜਾ ਤਜਰਬਾ, ਆਪਾਂ ਗੁਜਰਾਤ ਬਾਰੇ ਵੀ ਗਿਆਨ ਤੁਹਾਡੇ ਕੋਲੋਂ ਲਵਾਂਗੇ। ਥੈਂਕ ਯੂ ਸ਼ੁਕਰ। ਦੋਸਤੋ, ਤੁਸੀਂ ਜਾਣਦੇ ਹੋ ਕਿ ਸੂਹੀ ਸਵੇਰ ਇੱਕ ਲੋਕ ਪੱਖੀ ਵਿਚਾਰਾਂ ਵਾਲਾ ਸਾਡਾ ਮੀਡੀਆ ਅਦਾਰਾ ਹੈ। ਲੋਕ ਪੱਖੀ ਵਿਚਾਰਾਂ ਵਾਲੇ ਮੀਡੀਆ ਅਦਾਰੇ ਲੋਕਾਂ ਦੀ ਸਹਾਇਤਾ ਨਾਲ ਹੀ ਚੱਲਦੇ ਹੈਗੇ ਨੇ। ਅਸੀਂ ਮੰਨੀਏ ਕਿ ਜੇ ਕੋਈ ਜਿਹੜਾ ਹੈਗਾ ਕਾਰਪੋਰੇਟ ਕਿਸ ਸਹਾਇਤਾ ਨਾਲ, ਸਰਕਾਰੀ ਸਹਾਇਤਾ ਨਾਲ ਜਾਂ ਫਿਰ ਪ੍ਰਾਈਵੇਟ ਐਡ ਨਾਲ ਜੋ ਮੀਡੀਆ ਅਦਾਰੇ ਚੱਲਦੇ ਨੇ, ਉਹ ਖੁੱਲ੍ਹ ਕੇ ਲੋਕ ਪੱਖ ਦੀ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੂਹੀ ਸਵੇਰ ਨੂੰ ਤੁਹਾਡੀ ਮੋਰਲ ਵੀ ਤੇ ਆਰਥਿਕ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈ। ਸੋ ਇਸ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸਾਡੀ YouTube ਚੈਨਲ ਸਾਡਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਨੂੰ ਸ਼ੇਅਰ ਕਰੋ ਤੇ ਆਰਥਿਕ ਤੌਰ ਤੇ ਥੱਲੇ ਦਿੱਤਾ ਹੋਇਆ ਜੋ ਐਡਰੈਸ ਹੈ, ਬੈਂਕ ਦਾ ਅਕਾਊਂਟ ਹੈ, ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈਗੀ ਹੈ ਸਹਾਇਤਾ ਜਿਹੜੀ ਉਹਦੇ ਥਰੂ ਸਾਨੂੰ ਜਿਹੜਾ ਭੇਜ ਸਕਦੇ ਹੋ, ਤਾਂ ਜੋ ਕਿ ਇਹ ਅਦਾਰਾ ਲਗਾਤਾਰ ਤੁਹਾਡੇ ਮੁੱਦਿਆਂ ਨੂੰ ਉਠਾਉਂਦਾ ਰਹੇ ਤੇ ਇੱਕ ਅਸੀਂ ਪੰਜਾਬੀ ਵਿੱਚ ਲੋਕ ਪੱਖ ਦਾ ਵੱਡਾ ਮੀਡੀਆ ਖੜਾ ਕਰ ਸਕੀਏ।